ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ। ਹਰ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਕਹਾ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕਹਿ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਬੇਸੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ। ਧਨ ਮੈਂ ਤਪ ਕਰਨੇ ਲਗਾ ਤ੍ਰਿਮਤ ਕਰੋ ਪੁਰਖ ਕ੍ਰਿਤ ਪਾਨਾ। ਤਪਸੀ ਮੰਡਲ ਬੈਠਿਓ ਰਾਜਾ ਸਭ ਸੇਵਕ ਤੇ ਰਾਜ ਸਮਾਜਾ। ਚੌਪਈ ਧਨ ਮੈਂ ਤਪ ਕਰਨੇ ਲਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਜੁਗੋ ਜੁਗ ਅਟਲ ਗੁਰਤਾ ਗਦੀ ਤੇ ਸ਼ੁਭਾਏਮਾਨ। ਖੰਡਾਂ ਬ੍ਰਹਮੰਡਾਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਸਮੇਂ ਦੇ ਸਜੇ ਹੋਏ ਦੀਵਾਨਾਂ ਵਿੱਚ ਵੱਡਿਆਂ ਭਾਗਾਂ ਦੇ ਨਾਲ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਨਗਰ ਤਲਣ ਜਲੰਧਰ ਵਿਖੇ ਚੱਲ ਰਹੀ ਇਤਿਹਾਸ ਦੀ ਲੜੀਵਾਰ ਕਥਾ ਦੇ ਵਿੱਚ ਹਾਜ਼ਰੀ ਭਰਨ ਦਾ ਮੌਕਾ ਬਣਿਆ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਰਹੇ ਹੈ ਆਪਣੀ ਬਖਸ਼ਿਸ਼ ਦਾ ਸਦਕਾ ਜੋ ਲੰਬੇ ਸਮੇਂ ਤੋਂ ਇਤਿਹਾਸ ਦੀ ਲੜੀਵਾਰ ਕਥਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਆਪ ਜੀ ਸਰਵਣ ਕਰਦੇ ਆ ਰਹੇ ਹੋ। ਬੀਤੇ ਕੱਲ ਆਪ ਜੀ ਨੇ ਸਰਵਣ ਕੀਤਾ ਕਿ ਮਾਤਾ ਜੀਤ ਕੌਰ ਜੀ ਮਾਤਾ ਜੀਤੋ ਜੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵੱਡੇ ਮਹਿਲ ਸਤਿਗੁਰਾਂ ਦੇ ਹੁਕਮ ਦੇ ਮੁਤਾਬਕ ਸਤਿਗੁਰਾਂ ਦੇ ਭਾਣੇ ਦੇ ਮੁਤਾਬਕ ਤਪੱਸਿਆ ਕਰਦਿਆਂ ਕਰਦਿਆਂ ਆਗਮ ਨਿਗਮ ਦੀ ਭੂਤ ਭਵਿੱਖ ਦੀ ਸੋਝੀ ਤੋਂ ਬਾਅਦ ਸਾਰਾ ਜੋ ਪਰਿਵਾਰ ਵਿਛੋੜਾ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੇ ਹੋਰ ਜਿਹੜਾ ਆਉਣ ਵਾਲੇ ਭਵਿੱਖ ਦਾ ਸਮਾਂ ਵੇਖ ਕੇ ਉਹਨਾਂ ਇੱਛਾ ਪ੍ਰਗਟ ਕੀਤੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਜੇਕਰ ਆਪ ਜੀ ਦੇ ਭਾਣੇ ਦੇ ਵਿੱਚ ਇਹ ਸਭ ਕੁਝ ਹੋਣਾ ਹੈ ਆਪ ਜੀ ਇਸ ਭਾਣੇ ਨੂੰ ਵਰਤਾਉਣਾ ਹੈ ਤਾਂ ਕਿਰਪਾ ਕਰੋ ਕਿ ਮੈਨੂੰ ਇਸ ਸੰਸਾਰ ਤੋਂ ਜਾਣ ਦੀ ਆਗਿਆ ਬਖਸ਼ਿਸ਼ ਕਰੋ।
ਮੈਂ ਇਹ ਸਭ ਕੁਝ ਆਪਣੇ ਅੱਖੀਂ ਘਟਦਾ ਹੋਇਆ ਨਹੀਂ ਵੇਖ ਸਕਦੀ। ਸਤਿਗੁਰਾਂ ਨੇ ਆਖਿਆ, ਜੀਤਾਂ ਜੀ ਤੁਸੀਂ ਬ੍ਰਹਮ ਗਿਆਨੀ ਹੋ ਗਏ ਹੋ, ਤੁਹਾਨੂੰ ਪਰਮ ਪਦਵੀ ਦੀ ਪ੍ਰਾਪਤੀ ਹੋ ਗਈ ਹੈ। ਤੁਸੀਂ ਧੀਆਂ ਪੁੱਤਰਾਂ ਦੇ ਮੋਹ ਦੇ ਵਿੱਚ, ਧਨ ਪਦਾਰਥ, ਘਰ ਪਰਿਵਾਰ ਦੇ ਮੋਹ ਦੇ ਵਿੱਚ, ਸੋ ਉਸ ਅਵਸਥਾ ਤੋਂ ਬਹੁਤ ਉੱਚੇ ਉੱਠ ਕੇ ਇੱਕ ਮਿੱਕ ਹੋ ਗਏ ਹੋ ਪਰਮੇਸ਼ਰ ਦੇ ਨਾਲ। ਇਸ ਕਰਕੇ ਤੁਸੀਂ ਪੁੱਤਰਾਂ ਦਾ, ਪਰਿਵਾਰ ਦਾ, ਸਿੰਘਾਂ ਦਾ ਇਹ ਮੋਹ ਵਾਲੀ ਗੱਲ ਨਾ ਕਰੋ। ਅਤੇ ਜੇਕਰ ਤੁਸੀਂ ਸਰੀਰ ਛੱਡਣਾ ਚਾਹੁੰਦੇ ਹੋ ਤਾਂ ਫਿਰ ਜਿਵੇਂ ਤੁਹਾਡੀ ਇੱਛਾ ਹੈ, ਸੰਸਾਰ ਦੇ ਵਿੱਚ 4 ਕੁ ਦਿਨ ਦਾ ਜੀਵਨ ਹੈ, 4 ਦਿਨਾਂ ਦੀ ਜ਼ਿੰਦਗੀ ਹੈ, ਸਭ ਨੇ ਚਲੇ ਜਾਣਾ ਹੈ। ਅਤੇ ਜੇਕਰ ਆਪ ਜੀ ਪਹਿਲਾਂ ਜਾਣਾ ਚਾਹੁੰਦੇ ਹੋ ਅਤੇ ਆਪ ਜੀ ਨੇ ਤਪ ਸਾਧਿਆ ਹੈ, ਗੁਰਮਤਿ ਯੋਗ ਦੇ ਨਾਲ ਤੁਸੀਂ ਵਾਹਿਗੁਰੂ ਮੰਤਰ ਅਤੇ ਮੂਲ ਮੰਤਰ ਨੂੰ ਦ੍ਰਿੜ ਕਰਕੇ ਅਤੇ ਇਹ ਸਿੱਧ ਕਰ ਲਿਆ ਹੈ, ਹੁਣ ਤੁਸੀਂ ਆਪਣੀ ਮਰਜ਼ੀ ਦੇ ਨਾਲ ਜਦੋਂ ਚਾਹੋ ਇਸ ਸੰਸਾਰ ਤੋਂ ਜਾ ਸਕਦੇ ਹੋ। ਤਾਂ ਸਤਿਗੁਰੂ ਜੀ ਦਾ ਹੁਕਮ ਮੰਨ ਕੇ, ਸਤਿਗੁਰੂ ਜੀ ਤੋਂ ਆਗਿਆ ਲੈ ਕਰਕੇ ਮਾਤਾ ਜੀਤ ਕੌਰ ਜੀ ਸਤਿਗੁਰੂ ਦੀ ਮੂਰਤ ਨੂੰ ਹਿਰਦੇ ਵਿੱਚ ਟਿਕਾ ਕਰਕੇ ਬ੍ਰਹਮਰੰਦਰ ਨਾੜੀ ਨੂੰ ਤੋੜ ਕੇ ਸੋ 10ਵੇਂ ਦੁਆਰ ਦੇ ਰਾਹੀਂ ਸਵਾਸਾਂ ਨੂੰ ਕੱਢਿਆ ਅਤੇ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਜਾ ਵਿਰਾਜੇ। ਉਹਨਾਂ ਦਾ ਅੰਤਮ ਸੰਸਕਾਰ ਸੰਪੂਰਨ ਗੁਰਮਤਿ ਮਰਿਆਦਾ ਦੇ ਮੁਤਾਬਕ ਅਗੰਮਪੁਰੇ ਵਿਖੇ ਕੀਤਾ ਗਿਆ। ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਤਿਗੁਰੂ ਜੀ ਦੇ ਕੋਲ ਬਹੁਤ ਸਾਰੀਆਂ ਸੰਗਤਾਂ ਅਫਸੋਸ ਕਰਨ ਦੇ ਲਈ, ਪਰਚਾਉਣੀ ਕਰਨ ਦੇ ਲਈ ਆਉਂਦੀਆਂ ਅਤੇ ਆ ਕੇ ਸਾਰੇ ਮਾਤਾ ਜੀਤ ਕੌਰ ਜੀ ਦੀਆਂ ਚੰਗਿਆਈਆਂ ਦੀਆਂ ਗੱਲਾਂ ਕਰਦੇ ਆ, ਉਹਨਾਂ ਦੇ ਸੁਭਾਅ ਦੀਆਂ ਗੱਲਾਂ ਕਰਦੇ ਹੈ ਅਤੇ ਵਿਸ਼ੇਸ਼ ਕਰਕੇ ਉਹਨਾਂ ਦੀ ਭਗਤੀ ਸ਼ਕਤੀ, ਉਹਨਾਂ ਦੇ ਜਾਪ ਦੀਆਂ ਗੱਲਾਂ ਕਰਦੇ ਨੇ ਕਿ ਕਿਵੇਂ ਮਾਤਾ ਜੀ ਨੇ ਥੋੜ੍ਹੇ ਸਮੇਂ ਵਿੱਚ ਬਹੁਤ ਉੱਚ ਅਵਸਥਾ ਨੂੰ, ਪਰਮ ਅਵਸਥਾ ਨੂੰ ਪ੍ਰਾਪਤ ਕੀਤਾ। ਅਤੇ ਵੇਖੋ ਕਿੰਨਾ ਸੁਖਾਲਾ ਹੀ ਉਹ ਆਪਣਾ ਇਹ ਸਰੀਰ, ਜਿਵੇਂ ਸੱਪ ਕੁੰਝ ਲਾ ਕੇ ਤੁਰ ਜਾਂਦਾ ਹੈ, ਇਸ ਪ੍ਰਕਾਰ ਆਪਣੀ ਮਰਜ਼ੀ ਦੇ ਨਾਲ ਇਸ ਸੰਸਾਰ ਤੋਂ ਚਲੇ ਗਏ। ਬਹੁਤ ਚੰਗਾ ਸੁਭਾਅ ਸੀ ਮਾਤਾ ਜੀਤ ਕੌਰ ਜੀ ਦਾ। ਸੰਗਤਾਂ ਕਹਿ ਰਹੀਆਂ ਨੇ ਕਿ ਹਰ ਆਏ ਗਏ ਨੂੰ ਬੜੇ ਪਿਆਰ ਦੇ ਨਾਲ ਪੁੱਤਰਾਂ ਵਾਂਗ ਮਿਲਦੇ ਸਨ, ਕਿਉਂਕਿ ਹੈ ਹੀ ਸੰਸਾਰ ਦੇ ਮਾਤਾ ਸਨ। ਗੁਰੂ ਪਤਨੀ ਹੈ ਅਤੇ ਗੁਰਮੁਖ ਪਿਆਰਿਓ ਫਿਰ ਸੰਗਤਾਂ ਦੇ ਤਾਂ ਮਾਤਾ ਜੀ ਹੋਏ। ਅਤੇ ਕਹਿੰਦੇ ਸਤਿਕਾਰਯੋਗ ਮਾਤਾ ਜੀ, ਬੜਾ ਚੰਗਾ ਸੁਭਾਅ ਸੀ। ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਉਹਨਾਂ ਦੀਆਂ ਇਹ ਗੱਲਾਂ ਬਾਤਾਂ ਨੂੰ ਜਦੋਂ ਸੁਣਿਆ ਅਤੇ ਵਚਨ ਕੀਤੇ ਕਿ ਕਹਿੰਦੇ ਭਾਈ ਜਿਹੜੀ ਇਸਤਰੀ ਆ ਨਾ, ਉਹ ਦਇਆ ਦਾ ਭੰਡਾਰ ਹੈ। ਬਹੁਤ ਸਾਰੀ ਦਇਆ ਇਸਤਰੀ ਦੇ ਹਿਰਦੇ ਵਿੱਚ ਮਰਦਾਂ ਦੇ ਮੁਕਾਬਲੇ ਹੁੰਦੀ ਹੈ, ਅਧਿਕ ਦਇਆ ਹੁੰਦੀ ਹੈ। ਸੋ ਬਹੁਤ ਸਾਰੀ ਦਇਆ ਮਰਦਾਂ ਦੇ ਮੁਕਾਬਲੇ। ਅਤੇ ਐਸੀ ਇਸਤਰੀ ਜਿਹਦੇ ਮਨ ਵਿੱਚ ਦਇਆ ਆ ਜਾਵੇ, ਧਰਮ ਵਸ ਜਾਵੇ, ਭਜਨ ਸਿਮਰਨ ਕਰੇ, ਉਹ ਇਸਤਰੀ ਵੀ ਧਨਤਾ ਦੇ ਯੋਗ ਹੈ। ਉਹ ਭਜਨ ਸਿਮਰਨ ਵੀ ਧਨਤਾ ਦੇ ਯੋਗ ਹੈ ਅਤੇ ਆ ਕਲਯੁਗ ਦਾ ਸਮਾਂ ਵੀ ਧਨਤਾ ਦੇ ਯੋਗ ਹੈ। ਕਿਉਂਕਿ ਕਲਯੁਗ ਦੇ ਸਮੇਂ ਵਿੱਚ ਬੜੀ ਛੇਤੀ ਫਲੀਭੂਤ ਹੁੰਦਾ ਹੈ ਕੀਤਾ ਹੋਇਆ ਦਾਨ ਪੁੰਨ, ਜਪਿਆ ਹੋਇਆ ਨਾਮ। ਪੁਰਾਤਨ ਯੁੱਗਾਂ ਦੇ ਵਿੱਚ ਬਹੁਤ ਲੰਮੀਆਂ ਸਮਾਧੀਆਂ ਅਤੇ ਬੜੇ ਤਪ ਸਾਧਣੇ ਪੈਂਦੇ ਸਨ, ਫਿਰ ਕਿਤੇ ਜਾ ਕੇ ਪਰਮੇਸ਼ਰ ਦੀ ਪ੍ਰਾਪਤੀ, ਭਗਤੀ ਸ਼ਕਤੀ ਦੀ ਪ੍ਰਾਪਤੀ ਵਾਲੇ ਰਿਸ਼ੀ ਮੁਨੀ ਤਪੀਸ਼ਰ ਬਣਿਆ ਜਾਂਦਾ ਸੀ। ਪਰ ਸਤਿਗੁਰੂ ਜੀ ਨੇ ਕਲਯੁਗ ਨਾਨਕ ਨਾਮ ਸੁਖਾਲਾ ਜੋ ਸਾਨੂੰ ਬਖਸ਼ਿਸ਼ ਕੀਤਾ ਹੈ। ਸੋ ਗੁਰੂ ਨਾਨਕ ਦੇ ਘਰ ਦੇ ਵਿੱਚ ਕਲਯੁਗ ਮੈਂ ਕੀਰਤਨ ਪ੍ਰਧਾਨਾ ਆਖਿਆ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਕਲਯੁਗ ਦਾ ਸਮਾਂ ਵੀ ਧਨ ਹੈ, ਜਿਹਦੇ ਵਿੱਚ ਚਾਹੇ ਪੁੰਨ ਕਰੋ ਚਾਹੇ ਪਾਪ ਕਰੋ, ਸ਼ੀਘਰ ਹੀ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਜੇ ਭਗਤੀ ਸ਼ਕਤੀ ਕਰਨ ਕੋਈ ਬਹਿੰਦਾ ਹੈ ਅਤੇ ਬਹੁਤਾ ਸਮਾਂ ਉਹਨੂੰ ਉਡੀਕਣਾ ਨਹੀਂ ਪੈਂਦਾ, ਬਹੁਤ ਜਲਦੀ ਉਹ ਪਰਮ ਅਵਸਥਾ ਨੂੰ, ਉੱਚ ਅਵਸਥਾ ਨੂੰ ਪ੍ਰਾਪਤ ਹੋ ਜਾਂਦਾ ਹੈ। ਅਤੇ ਇਸੇ ਪ੍ਰਕਾਰ ਇਹ ਕਲਯੁਗ ਦੇ ਵਿੱਚ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਤਾਤੇ ਅੰਗਦ ਭਇਓ, ਤਤ ਸਿਓ ਤਤ ਮਿਲਾਇਓ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਕਲਯੁਗ ਦੇ ਵਿੱਚ ਜੋ ਪ੍ਰਮਾਣਿਕ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਹਨ, ਇਸ ਯੁੱਗ ਦੇ ਈਸ਼ ਹਨ, ਉਹ ਵੀ ਧਨਤਾ ਦੇ ਯੋਗ ਹਨ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਿ ਇਸਤਰੀ ਦੇ ਮਨ ਦੇ ਵਿੱਚ ਦਇਆ ਔਰਤ ਦੇ ਮਨ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ। ਫਿਰ ਸਤਿਗੁਰੂ ਜੀ ਇਤਿਹਾਸ ਸੁਣਾਉਣ ਲੱਗੇ, ਕਹਿੰਦੇ ਭਾਈ ਪੁਰਾਤਨ ਸਮੇਂ ਦੇ ਵਿੱਚ ਨਾ ਇੱਕ ਦਇਆ ਦੀ ਗੱਲ ਤੁਹਾਨੂੰ ਸੁਣਾਉਂਦੇ ਹਾਂ, ਦਇਆ ਦੀ ਕਥਾ ਸੁਣਾਉਂਦੇ ਆ। ਇੱਕ ਪ੍ਰਸੰਗ
ਕਹਿੰਦੇ ਰਾਜਾ ਬਿਕਰਮਾਜੀਤ ਹੋਇਆ, ਬੜਾ ਧਰਮੀ ਰਾਜਾ ਸੀ ਤੇ ਉਹਨੇ ਰਾਜ ਦੇ ਵਿੱਚ ਢੰਡੋਰਾ ਪਟਵਾਇਆ ਹੋਇਆ ਸੀ ਕਿ ਮੇਰੇ ਰਾਜ ਵਿੱਚ ਕੋਈ ਬੇਕਸੂਰ ਪੰਛੀਆਂ ਨੂੰ, ਜਾਨਵਰਾਂ ਨੂੰ ਨਾ ਮਾਰੇ, ਕੋਈ ਸ਼ਿਕਾਰ ਨਾ ਖੇਡੇ। ਤੇ ਇਹਦੇ ਰਾਜ ਦੇ ਵਿੱਚ ਇੱਕ ਸ਼ਿਕਾਰੀ ਜਿਹਨੇ ਬਹੁਤ ਸਾਰੇ ਪੰਛੀ ਮਾਰੇ, ਬੜੀਆਂ ਚਿੜੀਆਂ ਨੂੰ ਜਾਲ ਦੇ ਵਿੱਚ ਫਸਾਇਆ, ਬੜੇ ਮਿਰਗ ਇਤਿਆਦਿਕ ਜਾਨਵਰਾਂ ਦਾ ਇਹਨੇ ਸ਼ਿਕਾਰ ਖੇਡਿਆ। ਤੇ ਗੁਰਮੁਖ ਪਿਆਰਿਓ, ਜੰਗਲ ਦੇ ਸਾਰੇ ਜਾਨਵਰਾਂ ਨੇ, ਪੰਛੀਆਂ ਨੇ ਇਕੱਤਰ ਹੋ ਕੇ ਵਿਆਕੁਲਤਾ ਦੇ ਸਹਿਤ ਜਦੋਂ ਸ਼ੋਰ ਸ਼ਰਾਬਾ ਪਾਇਆ, ਬੜਾ ਚੀਕ ਚਿਹਾੜਾ, ਬੜਾ ਅਫਸੋਸ ਕੀਤਾ, ਡਰ ਗਏ, ਸਹਿਮ ਗਏ ਕਿ ਇਹ ਸਾਨੂੰ ਬੜਾ ਸੰਤਾਪ ਦੇ ਰਿਹਾ, ਬੜਾ ਸੰਤਾਪੀ ਪਾਰਦੀ ਹੈ, ਬੜਾ ਪਾਪੀ ਇਹ ਸ਼ਿਕਾਰੀ ਹੈ। ਤਾਂ ਇਹਦਾ ਮਨ ਦਰਵੀਭੂਤ ਹੋ ਗਿਆ। ਇਹਨੇ ਮਨ ਦੇ ਵਿੱਚ ਸੋਚਿਆ ਕਿ ਜੰਗਲ ਦੇ ਵਿੱਚ ਮਹਾਤਮਾ ਲੋਕ ਆਉਂਦੇ ਹੈ ਤੇ ਉਹ ਆ ਕੇ ਤਪੱਸਿਆ ਕਰਦੇ ਆ, ਰੱਬ ਦੀ ਪ੍ਰਾਪਤੀ ਕਰ ਲੈਂਦੇ ਆ, ਪਰ ਮੈਂ ਉਸੇ ਜੰਗਲ ਵਿੱਚ ਆ ਕੇ ਕੀ ਕਰਦਾ? ਮੈਂ ਪਾਪ ਕਰਮ ਕਰ ਰਿਹਾ, ਮੈਂ ਜਾਨਵਰਾਂ ਨੂੰ, ਪੰਛੀਆਂ ਨੂੰ ਮਾਰਦਾ। ਇਸ ਕਰਕੇ ਮੈਨੂੰ ਹਿਰਦੇ ਵਿੱਚ ਦਇਆ ਧਾਰਨ ਕਰਨੀ ਚਾਹੀਦੀ ਹੈ, ਇਹ ਸਭ ਕੁਝ ਛੱਡ ਦੇਣਾ ਚਾਹੀਦਾ। ਮਨ ਵਿੱਚ ਸੋਚਿਆ ਕਿ ਮੈਂ ਰਾਜੇ ਬਿਕਰਮਾਜੀਤ ਦੇ ਸਾਹਮਣੇ ਜਾ ਕੇ ਪੇਸ਼ ਹੋ ਜਾਵਾਂਗਾ ਤੇ ਆਪਣੇ ਕੀਤੇ ਦੀ ਸਜ਼ਾ ਉਸ ਤੋਂ ਮੰਗਾਂਗਾ ਕਿ ਮੈਂ ਬਹੁਤ ਪਾਪੀ ਹਾਂ, ਮੇਰੇ ਪਾਪ ਕਰਮਾਂ ਦੀ ਸਜ਼ਾ ਮੈਨੂੰ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਫਿਰ ਮੈਂ ਸਜ਼ਾ ਭੁਗਤਣ ਤੋਂ ਬਾਅਦ ਭਗਤੀ ਕਰਾਂਗਾ, ਤਪੱਸਿਆ ਕਰਾਂਗਾ। ਇਉਂ ਸੋਚ ਕੇ ਸ਼ਹਿਰ ਵੱਲ ਨੂੰ ਚੱਲ ਪਿਆ। ਅੱਗੇ ਰਾਜਾ ਬਿਕਰਮਾਜੀਤ ਫੌਜਾਂ ਦੇ ਸਮੇਤ ਆ ਰਿਹਾ, ਘੋੜੇ ਦੇ ਉੱਤੇ ਸਵਾਰ ਹੋਇਆ। ਉਹਨੇ ਜਦੋਂ ਹੀ ਦੇਖਿਆ ਕਿ ਸ਼ਿਕਾਰੀ ਆ ਰਿਹਾ, ਇਹਦੀ ਵੇਸ਼ ਭੂਸ਼ਾ ਤੋਂ ਪਤਾ ਲੱਗ ਗਿਆ। ਉਹਨੇ ਕਹਿ ਕੇ ਗ੍ਰਿਫਤਾਰ ਕਰਵਾ ਦਿੱਤਾ ਤੇ ਆਖਿਆ ਇਹਨੂੰ 5 ਦਿਨ ਕੈਦ ਕਰਕੇ ਤੇ ਭਾਰੀ ਸਜ਼ਾ ਦਿੱਤੀ ਜਾਵੇ। ਤੇ ਇਹ ਤਾਂ ਪਹਿਲਾਂ ਹੀ ਚਾਹੁੰਦਾ ਸੀ ਕਿ ਮੈਨੂੰ ਸਜ਼ਾ ਮਿਲੇ, ਪਾਪਾਂ ਦਾ ਪ੍ਰਾਸ਼ਚਿਤ ਕਰਨਾ ਚਾਹੁੰਦਾ ਸੀ ਸ਼ਿਕਾਰੀ। ਸੋ ਉਹਨੂੰ ਜੇਲ੍ਹ ਦੇ ਵਿੱਚ ਬੰਦ ਕੀਤਾ ਗਿਆ। ਜਦੋਂ ਸਜ਼ਾ ਦਿੱਤੀ ਤਾਂ ਉੱਥੇ ਇੱਕ ਇਸਤਰੀ ਨੇ ਇਹਦੀ ਜਿਹੜੀ ਹਾਲਤ ਦੇਖੀ, ਇਹਨੂੰ ਕੁੱਟਮਾਰ ਹੁੰਦੀ ਇਹਦੀ ਵੇਖੀ ਤਾਂ ਉਹਦੇ ਮਨ ਵਿੱਚ ਦਇਆ ਆ ਗਈ, ਤਰਸ ਆਇਆ। ਕੀ ਕੀਤਾ ਉਹਨੇ? ਉਹ ਜਿਹੜੇ ਸਿਪਾਹੀ ਸਨ ਉਹਨਾਂ ਨੂੰ ਕੁਝ ਲਾਲਚ, ਕੁਝ ਪੈਸੇ, ਕੁਝ ਰਿਸ਼ਵਤ ਦੇ ਕੇ ਇਹ ਫੰਦਕ ਨੂੰ ਉੱਥੋਂ ਸ਼ਿਕਾਰੀ ਨੂੰ ਛੁਡਵਾ ਦਿੱਤਾ ਤੇ ਆਪ ਮਰਦਾਵਾਂ ਵੇਸ ਧਾਰਨ ਕਰਕੇ ਉਹਨਾਂ ਦੇ ਸਾਹਮਣੇ ਜਾ ਖੜੀ ਹੋਈ ਕਿ ਮੈਂ ਇਸ ਦੀ ਜਗ੍ਹਾ ਆਇਆ ਹਾਂ ਤੇ ਮੈਨੂੰ ਗ੍ਰਿਫਤਾਰ ਕਰ ਲਓ। ਕਿਉਂਕਿ ਉਹਨਾਂ ਨੂੰ ਲਾਲਚ ਸੀ, ਉਹਨਾਂ ਨੇ ਉਹਨੂੰ ਗ੍ਰਿਫਤਾਰ ਕਰ ਲਿਆ, ਮਰਦ ਹੀ ਸਮਝਿਆ, ਮਰਦਾਵਾਂ ਭੇਸ ਸੀ। ਉੱਧਰ 1 ਮਹੀਨੇ ਦਾ ਸਮਾਂ ਜਦੋਂ ਲੰਘ ਗਿਆ, ਰਾਜੇ ਬਿਕਰਮਾਜੀਤ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਮੈਂ ਸ਼ਿਕਾਰੀ ਨੂੰ ਫੜਿਆ ਸੀ, 5 ਦਿਨਾਂ ਵਾਸਤੇ ਉਹਨੂੰ ਸਜ਼ਾ ਦਿੱਤੀ ਸੀ ਜੇਲ੍ਹ ਦੀ, ਪਰ 1 ਮਹੀਨਾ ਹੋ ਗਿਆ, ਪੁੱਛੀਏ ਤਾਂ ਸਹੀ ਕਿੱਥੇ ਆ ਉਹ। ਜਦੋਂ ਪੁੱਛਿਆ ਕਹਿਣ ਲੱਗੇ ਜੀ ਜੇਲ੍ਹ ਦੇ ਵਿੱਚ ਹੀ ਬੰਦ ਹੈ, 1 ਮਹੀਨਾ ਹੋ ਗਿਆ। ਕਹਿੰਦੇ ਮੇਰੇ ਸਾਹਮਣੇ ਪੇਸ਼ ਕੀਤਾ ਜਾਵੇ। ਹੁਣ ਜਦੋਂ ਸੁਨੇਹਾ ਮਿਲਿਆ ਕਿ ਰਾਜੇ ਨੇ ਬੁਲਾਇਆ, ਤੁਹਾਡੀ ਪੇਸ਼ੀ ਹੈ, ਤਾਂ ਉਹ ਜਿਹੜੀ ਇਸਤਰੀ ਸੀ ਮਰਦਾਵਾਂ ਭੇਸ ਧਾਰਨ ਕੀਤਾ ਹੋਇਆ, ਉਹਨੇ ਸਿਪਾਹੀਆਂ ਨੂੰ ਕੁਝ ਹੋਰ ਧਨ ਪੈਸਾ ਦਿੱਤਾ ਕਿ ਤੁਸੀਂ ਅਸਲੀਅਤ ਦੱਸਣੀ ਨਹੀਂ ਕਿ ਮੈਂ ਉਸ ਦੀ ਜਗ੍ਹਾ ਦੇ ਉੱਤੇ ਕੈਦ ਹਾਂ। ਤਾਂ ਇਸ ਤਰ੍ਹਾਂ ਕਰਕੇ ਰਾਜੇ ਦੇ ਸਾਹਮਣੇ ਜਾ ਪੇਸ਼ ਹੋਈ। ਰਾਜਾ ਬਿਕਰਮਾਜੀਤ ਕਹਿਣ ਲੱਗਾ ਕਿ ਹੇ ਸ਼ਿਕਾਰੀਆ, ਤੂੰ ਬੜਾ ਪਾਪੀ ਹੈ, ਤੂੰ ਜੰਗਲ ਦੇ ਵਿੱਚ ਜਾਨਵਰਾਂ ਨੂੰ ਮਾਰਦਾ, ਐਸਾ ਪਾਪ ਤੂੰ ਕਿਉਂ ਕੀਤਾ ਹੈ? ਤਾਂ ਉਸ ਵੇਲੇ ਜਦੋਂ ਇਹ ਇਸਤਰੀ ਮਰਦਾਵੇਂ ਭੇਸ ਵਿੱਚ ਦਰਬਾਰ ਵਿੱਚ ਹਾਜ਼ਰ ਹੋਈ ਤਾਂ ਗੁਰੂ ਪਿਆਰਿਓ, ਇਸ ਰਾਜੇ ਬਿਕਰਮਾਜੀਤ ਨੂੰ ਕੁਝ ਸ਼ੱਕ ਹੋ ਗਿਆ, ਕੁਝ ਸ਼ੰਕਾ ਹੋ ਗਿਆ ਚੱਕਰ ਜਿਹਨਾਂ ਤੋਂ ਕਿ ਵਸਤਰ ਮਰਦਾਂ ਵਾਲੇ ਪਹਿਨੇ ਆ ਪਰ ਲੱਗਦੀ ਇਸਤਰੀ ਆ। ਤੇ ਆਖਿਆ ਤੂੰ ਕਿਉਂ ਐਸਾ ਪਾਪ ਕਰਦਾ ਹੈ ਤੇ ਨਾਲੇ ਮੈਨੂੰ ਇਹ ਦੱਸ ਤੂੰ ਇਸਤਰੀ ਆ ਜਾਂ ਮਰਦ ਹੈ? ਮੈਨੂੰ ਵੇਖਣ ਨੂੰ ਤੂੰ ਇਸਤਰੀ ਲੱਗਦਾ ਹੈ ਪਰ ਪਹਿਰਾਵਾ ਤੇਰਾ ਮਰਦਾਂ ਵਾਲਾ ਹੈ। ਤਾਂ ਉਸ ਵੇਲੇ ਇਹ ਇਸਤਰੀ ਨੇ ਬੜੀ ਚੁਸਤੀ ਦੇ ਨਾਲ, ਚਲਾਕੀ ਦੇ ਨਾਲ ਰਾਜੇ ਬਿਕਰਮਾਜੀਤ ਨੂੰ ਕਿਹਾ ਕਿ ਹੇ ਰਾਜਾ ਬਿਕਰਮਾਜੀਤ, ਤੂੰ ਬੜਾ ਪਾਪੀ ਹੈ, ਬੜਾ ਪਾਪੀ ਹੈ ਤੂੰ। ਵੇਖ ਤੂੰ ਮੈਨੂੰ ਕੈਦ ਕੀਤਾ, ਤੇਰੇ ਘਰ ਦਾ ਮੈਂ ਅੰਨ ਜਲ ਛਕਿਆ, ਤੇਰੇ ਮਹਿਲਾਂ ਦਾ ਅੰਨ ਜਲ ਮੈਨੂੰ ਜੋ ਜੇਲ੍ਹ ਦੇ ਵਿੱਚ ਖਾਣਾ ਖਾਣ ਨੂੰ ਮਿਲਿਆ ਤੇ ਉਹਨੂੰ ਖਾ ਕੇ ਮੇਰਾ ਸਰੀਰ ਤਾਂ ਮਰਦਾਂ ਦਾ ਸੀ ਪਰ ਇਸਤਰੀਆਂ ਵਰਗਾ ਹੋ ਗਿਆ, ਮੈਂ ਇਸਤਰੀ ਬਣ ਗਈ ਹੈ। ਤੇ ਹੁਣ ਜਾਂ ਤਾਂ ਮੈਨੂੰ ਠੀਕ ਕਰ ਦੇ, ਮੈਨੂੰ ਮਰਦ ਬਣਾ ਦੇ, ਤੇ ਜੇ ਤੂੰ ਮੈਨੂੰ ਮਰਦ ਨਾ ਬਣਾ ਸਕਿਆ ਇਸਤਰੀ ਤੋਂ ਤਾਂ ਮੈਂ ਹੁਣੇ ਤਤਸ਼ੇਨੀ ਤੇਰੇ ਸਾਹਮਣੇ ਇੱਥੇ ਹੀ ਆਪਣੇ ਪ੍ਰਾਣ ਤਿਆਗ ਦੇਵਾਂਗੀ। ਰਾਜਾ ਧਰਮਾਤਮਾ ਸੀ, ਉਹਨੇ ਆਖਿਆ ਨਹੀਂ, ਮੈਂ ਯਤਨ ਕਰਾਂਗਾ, ਕੋਈ ਨਾ ਕੋਈ ਹੀਲਾ ਜ਼ਰੂਰ ਕਰਾਂਗਾ, ਤੂੰ ਇੱਥੇ ਸਭਾ ਦੇ ਵਿੱਚ ਆਤਮ ਹੱਤਿਆ ਨਹੀਂ ਕਰਨੀ, ਪ੍ਰਾਣ ਨਹੀਂ ਤਿਆਗਣੇ। ਇਹ ਕਹਿ ਕੇ
ਰਾਜਾ ਬਿਕਰਮਾਜੀਤ ਜੰਗਲ ਦੇ ਵਿੱਚ ਗਿਆ। ਜਦੋਂ ਜਾ ਕੇ ਵੇਖਿਆ ਤਾਂ ਉੱਥੇ ਇੱਕ ਤਪਸਵੀ ਬੈਠਾ ਤਪੱਸਿਆ ਕਰ ਰਿਹਾ ਹੈ। ਸੀ ਉਹੀ ਸ਼ਿਕਾਰੀ। ਉਹ ਪਛਚਾਤਾਪ ਕਰਨ ਵਾਸਤੇ ਉੱਥੇ ਬਹਿ ਗਿਆ ਜਾ ਕੇ ਜੰਗਲ ਦੇ ਵਿੱਚ। ਅਤੇ ਗੁਰਮੁਖ ਪਿਆਰਿਓ, ਜਦੋਂ ਉਹਨੇ ਵੇਖਿਆ ਕਿ ਕੋਈ ਮਹਾਤਮਾ ਬੈਠਾ ਹੈ, ਰਾਜੇ ਨੂੰ ਨਹੀਂ ਪਤਾ ਲੱਗਿਆ ਕਿ ਉਹੀ ਸ਼ਿਕਾਰੀ ਹੈ। ਤਾਂ ਜਦੋਂ ਵੇਖਿਆ ਕੋਈ ਮਹਾਤਮਾ ਬੈਠਾ, ਜਾ ਕੇ ਚਰਨਾਂ 'ਤੇ ਨਮਸਕਾਰ ਕੀਤੀ, ਪਰ ਉਹਨੇ ਕੋਈ ਨਾ ਗੱਲਬਾਤ ਕੀਤੀ ਨਾ ਸੁਣੀ, ਬੇਪਰਵਾਹ ਜਿਹਾ ਹੋ ਕੇ ਬੈਠਾ ਰਿਹਾ। ਰਾਜੇ ਨੂੰ ਨਿਸ਼ਚਾ ਵੱਜ ਗਿਆ ਵੀ ਇਹ ਤਾਂ ਬਹੁਤ ਵੱਡਾ ਤਪੀਸਰ ਹੈ, ਵੱਡਾ ਮਹਾਤਮਾ ਹੈ, ਜਿਹਦੇ ਉੱਤੇ ਕੋਈ ਕਾਮ ਕਰੋ ਲੋਭ ਮੋਹ ਹੰਕਾਰ ਦਾ ਕੋਈ ਅਸਰ ਹੀ ਨਹੀਂ ਹੈਗਾ। ਅਤੇ ਮੈਂ ਐਡਾ ਵੱਡਾ ਰਾਜਾ ਇਹਨੂੰ ਮੱਥਾ ਟੇਕ ਰਿਹਾ, ਪਰ ਇਹਨੇ ਮੇਰਾ ਕੋਈ ਆਦਰ ਸਤਿਕਾਰ ਨਹੀਂ ਕੀਤਾ, ਕੁਝ ਨਹੀਂ ਕੀਤਾ। ਬੇਪਰਵਾਹ ਸਾਧੂ ਆ, ਪੂਰਨ ਮਹਾਤਮਾ ਹੈ। ਬੜੇ ਆਦਰ ਸਤਿਕਾਰ ਦੇ ਨਾਲ ਆਪਣੇ ਮਹਿਲਾਂ ਵਿੱਚ ਲੈ ਗਿਆ। ਆਪਣੇ ਮਹਿਲਾਂ ਵਿੱਚ ਲਿਜਾ ਕੇ ਅਤੇ ਉਸ ਸ਼ਿਕਾਰੀ ਨੂੰ ਤਪਸਵੀ ਜਾਣ ਕੇ ਰਾਜਗੱਦੀ ਦੇ ਉੱਤੇ ਬਿਠਾ ਕੇ ਹੁਕਮ ਕਰ ਦਿੱਤਾ ਪ੍ਰਜਾ ਦੇ ਲੋਕਾਂ ਨੂੰ, ਮੰਤਰੀਆਂ ਸਲਾਹਕਾਰਾਂ ਨੂੰ, ਕਿ ਇਹ ਮੇਰਾ ਗੁਰੂ ਹੈ। ਮੈਂ ਇਹਨਾਂ ਨੂੰ ਆਪਣੀ ਜਗ੍ਹਾ ਦੇ ਉੱਤੇ ਰਾਜਗੱਦੀ ਦੇ ਉੱਤੇ ਬਿਠਾ ਦਿੱਤਾ। ਤੁਸੀਂ ਸਾਰਿਆਂ ਨੇ ਇਹਨਾਂ ਦੇ ਅਨੁਸਾਰੀ ਹੋ ਕੇ ਹੁਕਮ ਦੇ ਵਿੱਚ ਚੱਲਣਾ। ਜਦੋਂ ਤੱਕ ਮੈਂ ਵਾਪਸ ਨਹੀਂ ਆ ਜਾਂਦਾ, ਮੈਂ ਹੁਣ ਜੰਗਲ ਵਿੱਚ ਤਪੱਸਿਆ ਕਰਨ ਚੱਲਿਆ ਹਾਂ ਅਤੇ ਕੋਈ ਐਸਾ ਵਾਰ ਪ੍ਰਾਪਤ ਕਰਾਂਗਾ ਜਿਹਦੇ ਨਾਲ ਮੈਂ ਉਹ ਜਿਹੜਾ ਸਾਡਾ ਕੈਦੀ ਸ਼ਿਕਾਰੀ ਹੈ, ਜਿਹੜਾ ਇਸਤਰੀ ਬਣ ਗਿਆ ਮਰਦ ਤੋਂ, ਉਹਨੂੰ ਦੁਬਾਰਾ ਮਰਦ ਬਣਾ ਸਕਾਂ। ਸੋ ਇਸ ਪ੍ਰਕਾਰ ਕਹਿ ਕੇ ਰਾਜਾ ਜਿਹੜਾ ਹੈ ਉਹ ਜੰਗਲ ਦੇ ਵਿੱਚ ਚਲਿਆ ਗਿਆ। ਇੱਥੋਂ ਤੱਕ ਆਪਾਂ ਇਤਿਹਾਸ ਸਰਵਣ ਕਰ ਲਿਆ ਸੀ। ਆਓ ਅੱਗੇ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਸਾਖੀ ਗੁਰੂ ਕੀਆਂ ਸੰਗਤਾਂ ਨੂੰ ਸੁਣਾ ਰਹੇ ਹੈ। ਭਾਈ ਰਾਮ ਕੋਇਰ ਜੀ ਨੇ ਜੋ 100 ਸਾਖੀ ਦੇ ਵਿੱਚ ਇਹ ਸਾਖੀ ਲਿਖੀ ਹੈ, ਭਾਈ ਸਾਹਿਬ ਸਿੰਘ ਜੀ ਲਿਖ ਰਹੇ ਹੈ। ਅਤੇ ਉਸੇ ਦਾ ਉਲੱਥਾ ਕਰਕੇ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਕਰਤਾ ਚੂੜਾਮਣ ਕਵੀ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਜਿਵੇਂ ਲਿਖਤੀ ਰੂਪ ਵਿੱਚ ਆਪਣੇ ਸੰਗਤਾਂ ਤੱਕ ਪਹੁੰਚਾ ਰਹੇ ਆ, ਉਹਨੂੰ ਅੱਗੇ ਸਰਵਣ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੌਪਈ ਤਨ ਨਵੇਂ ਕਬੂ ਕਰਨਾ। ਹਾਂ, ਰਾਜਾ ਬਿਕਰਮਾਜੀਤ ਆਪਣੇ ਮਹਿਲਾਂ ਦੇ ਵਿੱਚੋਂ ਚਲਿਆ ਗਿਆ। ਉਸ ਸ਼ਿਕਾਰੀ ਨੂੰ ਤਪਸਵੀ ਜਾਣ ਕੇ ਆਪਣੀ ਜਗ੍ਹਾ ਦੇ ਉੱਤੇ ਆਪਣਾ ਗੁਰੂ ਮੰਨ ਕੇ ਰਾਜਗੱਦੀ ਬਖਸ਼ਿਸ਼ ਕਰ ਗਿਆ। ਅਤੇ ਇਸ ਪ੍ਰਕਾਰ ਕਾਨਨ ਮੈਂ ਜੰਗਲ ਦੇ ਵਿੱਚ ਜਾ ਕੇ ਤਪੱਸਿਆ ਕਰਨ ਲੱਗ ਪਿਆ। ਹਾਂ, ਉਹ ਤ੍ਰੀਮਤ ਨੂੰ, ਉਹ ਇਸਤਰੀ ਨੂੰ ਮੈਂ ਪੁਰਖ ਕਰਨਾ ਹੈ। ਮਨ ਦੇ ਵਿੱਚ ਉਹੀ ਗੱਲ ਹੈ ਇਹਦੇ ਜੋ ਉਹਨੇ ਚਲਾਕੀ ਦੇ ਨਾਲ ਕਹੀ ਹੈ ਕਿ ਮੈਂ ਪੁਰਸ਼ ਤੋਂ ਇਸਤਰੀ ਬਣ ਗਈ ਹੈ, ਮੈਨੂੰ ਦੁਬਾਰਾ ਇਸਤਰੀ ਤੋਂ ਪੁਰਸ਼ ਬਣਾ ਦੇ। ਹੁਣ ਇਸ ਕਾਰਜ ਦੇ ਵਿੱਚ ਹੀ ਰੱਪ ਗਿਆ। ਇਸ ਕਾਰਜ ਨੂੰ ਕਰਨ ਦੇ ਲਈ ਹੀ ਜੁਟ ਗਿਆ ਕਿ ਮੈਂ ਉਸ ਇਸਤਰੀ ਨੂੰ ਮੁੜ ਕੇ ਮਰਦ ਬਣਾਉਣਾ ਹੈ। ਉੱਧਰ ਜਿਹੜਾ ਫੰਦਕ ਸੀ, ਸ਼ਿਕਾਰੀ ਸੀ ਅਤੇ ਬਾਅਦ ਵਿੱਚ ਤਪਸਵੀ ਬਣ ਗਿਆ ਸੀ, ਉਹ ਰਾਜਗੱਦੀ ਦੇ ਉੱਤੇ ਰਾਜਾ ਬਣ ਕੇ ਬੈਠਾ ਹੈ। ਅਤੇ ਸਾਰੇ ਜਿੰਨੇ ਪ੍ਰਜਾ ਦੇ ਲੋਕ ਹੈ, ਜਿੰਨੇ ਮੰਤਰੀ ਸੰਤਰੀ ਅਹਿਲਕਾਰ, ਰਾਜੇ ਦੇ ਸਲਾਹਕਾਰ, ਵਜ਼ੀਰ ਹੈ, ਸਾਰੇ ਭਲੀ ਪ੍ਰਕਾਰ ਕਰਕੇ ਉਹਨੂੰ ਸੇਵਦੇ ਆ, ਉਹਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਹਨ। ਹਾਂ, ਇੱਕ ਦਿਨ ਇਹਨੇ ਸਾਰੇ ਜਿਹੜੇ ਮੰਤਰੀ ਸਨ ਉਹਨਾਂ ਨੂੰ ਇਕੱਠਿਆਂ ਕੀਤਾ, ਵਜ਼ੀਰਾਂ ਨੂੰ ਆਪਣੇ ਕੋਲ ਬੁਲਾ ਲਿਆ। ਇਹਨਾਂ ਨੂੰ ਸਾਰਿਆਂ ਨੂੰ ਸਭਾ ਵਿੱਚ ਬੁਲਾ ਕੇ, ਇੱਕ ਮੀਟਿੰਗ ਦੇ ਵਿੱਚ, ਬੈਠਕ ਦੇ ਵਿੱਚ, ਇਕੱਤਰਤਾ ਵਿੱਚ ਬੁਲਾ ਕੇ ਆਪਣੇ ਮਨ ਦਾ ਮਤਾ ਦੱਸਿਆ। ਆਪਣੇ ਮਨ ਦੇ ਵਿੱਚ ਜਿਹੜਾ ਫੁਰਨਾ ਬਣਿਆ ਹੋਇਆ ਸੀ ਉਹ ਇਹਨਾਂ ਦੇ ਸਾਹਮਣੇ ਪ੍ਰਗਟ ਕੀਤਾ। ਹਾਂ, ਕਹਿਣ ਲੱਗਾ ਜਿਹੜੀ ਦਾਸੀ ਕੈਦ ਕੀਤੀ ਹੋਈ ਹੈ, ਜਿਹੜਾ ਸ਼ਿਕਾਰੀ ਕੈਦ ਕੀਤਾ ਹੋਇਆ ਤੁਸੀਂ, ਅਤੇ ਉਹ ਜਿਹੜਾ ਇਸਤਰੀ ਬਣ ਗਿਆ ਉਹਨੂੰ ਮੇਰੇ ਸਾਹਮਣੇ ਪੇਸ਼ ਕਰੋ। ਇਸ ਤਰ੍ਹਾਂ ਕਹਿ ਕੇ ਉਹਨੂੰ ਦਰਬਾਰ ਵਿੱਚ ਬੁਲਾ ਲਿਆ ਅਤੇ ਆਖਿਆ ਕਿ ਇਹਨੇ ਜੋ ਗੁਨਾਹ ਕੀਤੇ ਸਨ ਇਹਨੇ ਉਹਦੀ ਸਜ਼ਾ ਭੁਗਤ ਲਈ ਹੈ। ਹੁਣ ਇਹਦੇ ਪਾਪਾਂ ਦਾ ਪ੍ਰਾਸ਼ਚਿਤ ਹੋ ਚੁੱਕਿਆ, ਇਹਦੀ ਪਵਿੱਤਰ ਦੇਹ ਹੋ ਚੁੱਕੀ ਹੈ, ਇਹਦਾ ਮਨ ਤਨ ਪਵਿੱਤਰ ਹੋ ਗਿਆ, ਬੁੱਧੀ ਪਵਿੱਤਰ ਹੈ। ਇਸ ਕਰਕੇ ਇਹਨੂੰ ਗੁਰਤਾ ਗੱਦੀ ਦੇ ਉੱਤੇ ਬਿਠਾ ਦੇਣਾ ਚਾਹੀਦਾ ਹੈ।
ਤੇ ਆਪਣੀ ਜਗ੍ਹਾ ਦੇ ਉੱਤੇ ਜਿਹੜੀ ਜਗ੍ਹਾ ਰਾਜਾ ਬਿਕਰਮਾਜੀਤ ਉਸ ਤਪਸਵੀ ਸ਼ਿਕਾਰੀ ਨੂੰ ਬਖਸ਼ਿਸ਼ ਕਰਕੇ ਗਿਆ ਸੀ, ਰਾਜ ਕਰਨ ਦੇ ਲਈ ਉਸ ਇਸਤਰੀ ਨੂੰ ਬਿਠਾ ਦਿੱਤਾ। ਆਪ ਕਹਿਓ ਬਨ ਕਿਸੀ ਸਥਾਨਾ। ਹਾਂ, ਉਹ ਇਸਤਰੀ ਨੂੰ ਰਾਜਗੱਦੀ ਦੇ ਗਿਆ ਤੇ ਉਹਨਾਂ ਨੂੰ ਸਾਰਿਆਂ ਨੂੰ ਕਹਿ ਗਿਆ ਕਿ ਹੁਣ ਤੁਸੀਂ ਇਹਦੇ ਹੁਕਮ ਵਿੱਚ ਰਹਿਣਾ, ਅੱਜ ਤੋਂ ਇਹ ਤੁਹਾਡਾ ਰਾਜਾ ਹੈ। ਤੇ ਆਪ ਜੰਗਲ ਦੇ ਵਿੱਚ ਉਸੇ ਜਗ੍ਹਾ ਚਲਿਆ ਗਿਆ ਜਿੱਥੋਂ ਤਪੱਸਿਆ ਕਰਦੇ ਨੂੰ ਰਾਜਾ ਬਿਕਰਮਾਜੀਤ ਮਹਿਲਾਂ ਵਿੱਚ ਲੈ ਆਇਆ ਸੀ। ਆਗਿਓ ਤਪ ਕੋ ਤਪਨ ਮਹਾਨਾ। ਤੇ ਉੱਥੇ ਫਿਰ ਬਹੁਤ ਭਾਰੀ ਤਪੱਸਿਆ ਸਾਧਣ ਲੱਗ ਪਿਆ, ਜੰਗਲ ਦੇ ਵਿੱਚ ਬਹਿ ਕੇ ਬੰਦਗੀ ਕਰਨ ਲੱਗ ਪਿਆ। ਸਚਿਵ ਸਕਲ ਮਿਲ ਦਾਸੀ ਪਾਸ। ਜਿਹੜੇ ਸਚਿਵ ਹੈ, ਸਲਾਹਕਾਰ ਹੈ, ਵਜ਼ੀਰ, ਅਹਿਲਕਾਰ, ਮੰਤਰੀ ਹਨ ਰਾਜੇ ਦੇ, ਸੋ ਉਹ ਸਾਰੇ ਹੀ ਮਿਲ ਕੇ ਇਕੱਠੇ ਹੋ ਕੇ ਆਏ ਇਸ ਦਾਸੀ ਦੇ ਕੋਲ, ਕਿਉਂਕਿ ਉਹਦਾ ਪੁਰਸ਼ ਸਮਝਦੇ ਹੈ, ਪਰ ਉਹਨਾਂ ਨੂੰ ਲੱਗਦਾ ਹੈ ਕਿ ਇਹ ਰਾਜੇ ਦੇ ਘਰ ਦਾ ਅੰਨ ਜਲ ਖਾ ਪੀ ਕੇ ਇਸਤਰੀ ਬਣ ਗਈ ਹੈ। ਸੋ ਆਪਣੇ ਉਸ ਨਵੇਂ ਰਾਜੇ ਕੋਲ, ਉਸ ਦਾਸੀ ਦੇ ਕੋਲ ਸਾਰੇ ਇਕੱਠੇ ਹੋ ਕੇ ਮੰਤਰੀ ਆਏ ਮਾਤ ਜੋਰ ਕੀ ਨਸ਼ ਅਰਦਾਸ। ਤੇ ਹੱਥ ਜੋੜ ਕੇ ਇਹਨਾਂ ਸਾਰਿਆਂ ਨੇ ਇਕੱਠਿਆਂ ਹੀ ਇਹ ਬੇਨਤੀ ਕੀਤੀ। ਹੋਰ ਸਮਾਨ ਬੈਠੀ ਕਰ ਰਾਜ। ਕਹਿਣ ਲੱਗੇ ਕਿ ਤੁਸੀਂ ਸਾਡੇ ਗੁਰੂ ਦੇ ਸਥਾਨ ਤੇ ਹੁਣ ਰਾਜ ਭਾਗ ਦੇ ਉੱਤੇ ਬਹਿ ਗਏ ਹੋ, ਕਿਉਂਕਿ ਜਿਹੜਾ ਰਾਜੇ ਦਾ ਗੁਰੂ ਉਹ ਸਾਰੀ ਪ੍ਰਜਾ ਦਾ ਵੀ ਗੁਰੂ। ਪਹਿਲਾਂ ਰਾਜਾ ਰਾਜ ਭਾਗ ਤੇ ਬੈਠਾ ਸੀ, ਉਹਨੇ ਤਪਸਵੀ ਨੂੰ ਬਿਠਾ ਦਿੱਤਾ, ਸ਼ਿਕਾਰੀ ਨੂੰ ਆਪਣਾ ਤਪਸਵੀ ਗੁਰੂ ਜਾਣ ਕੇ, ਤੇ ਹੁਣ ਉਹ ਜਿਹੜਾ ਤਪਸਵੀ ਸੀ ਉਹ ਵੀ ਜੰਗਲ ਵਿੱਚ ਚਲਿਆ ਗਿਆ, ਇਹਨੂੰ ਬਿਠਾ ਗਿਆ। ਕਹਿਣ ਲੱਗੇ ਤੁਸੀਂ ਸਾਡੇ ਉਸ ਧਰਮ ਗੁਰੂ, ਰਾਜ ਗੁਰੂ ਦੀ ਜਗ੍ਹਾ ਦੇ ਉੱਤੇ ਰਾਜ ਗੱਦੀ ਤੇ ਬੈਠੇ ਹੋ, ਹੋਵੇ ਅਨਸਾਰੀ ਸਰਬ ਸਮਾਜ। ਤੇ ਸਾਰਾ ਸਮਾਜ, ਸਾਰੀ ਜਨਤਾ, ਸਾਰੀ ਪ੍ਰਜਾ ਤੁਹਾਡੇ ਅਨੁਸਾਰੀ ਹੈ, ਤੁਹਾਡੇ ਹੁਕਮ ਵਿੱਚ ਹੈ। ਆਗਿਆ ਕਹੋ ਕਰੈ ਹਮ ਸੋਏ। ਤੇ ਆਪ ਜੀ ਸਾਨੂੰ ਆਗਿਆ ਕਰੋ, ਹੁਕਮ ਕਰੋ, ਜੋ ਵੀ ਆਗਿਆ ਕਰੋਗੇ, ਕਿਉਂਕਿ ਅਸੀਂ ਤੁਹਾਡੇ ਹੁਕਮ ਵਿੱਚ ਹੈ, ਤੁਹਾਡਾ ਹੁਕਮ ਮੰਨਣਾ ਸਾਡਾ ਫਰਜ਼ ਬਣਦਾ। ਅਸੀਂ ਤੁਹਾਡੇ ਅਹਿਲਕਾਰ, ਵਜ਼ੀਰ, ਮੰਤਰੀ, ਸੰਤਰੀਆਂ, ਤੁਹਾਡੀ ਪ੍ਰਜਾ ਦੇ ਲੋਕ ਹਾਂ। ਜਿਵੇਂ ਸਾਨੂੰ ਹੁਕਮ ਕਰੋਗੇ ਉਸੇ ਤਰ੍ਹਾਂ ਅਸੀਂ ਹੁਕਮ ਨੂੰ ਮੰਨਾਂਗੇ। ਵਸ ਵਰਤੀ ਤੋ ਹੈ ਸਭ ਕੋਏ। ਹਾਂ, ਸਾਰੇ ਸਭ ਕੋਈ ਜਿੰਨੀ ਪ੍ਰਜਾ ਹੈ ਤੁਹਾਡੀ ਵਸ ਵਰਤੀ ਹੈ, ਤੁਹਾਡੇ ਵਸ ਵਿੱਚ ਹੈ, ਤੁਹਾਡੇ ਹੁਕਮ ਦੇ ਅਧੀਨ ਹੈ। ਸੁਨ ਦਾਸੀ ਨੇ ਹੁਕਮ ਬਖਾਨਾ। ਉਹਨਾਂ ਤੋਂ ਇਹ ਬੇਨਤੀ ਸੁਣ ਕੇ ਉਹ ਦਾਸੀ ਜਿਹੜੀ ਰਾਜ ਗੱਦੀ ਉੱਤੇ ਬੈਠੀ ਸੀ, ਉਹਨੇ ਹੁਕਮ ਕਰ ਦਿੱਤਾ। ਪਕੜੋ ਜੈ ਸ਼੍ਰੀ ਵਿਸ਼ਨ ਮਹਾਨਾ। ਕਹਿੰਦੀ ਫੜ ਕੇ ਗ੍ਰਿਫਤਾਰ ਕਰਕੇ ਲੈ ਕੇ ਆਓ ਜਿੱਥੇ ਮਹਾਨ ਸ਼੍ਰੀ ਵਿਸ਼ਨੂੰ ਭਗਵਾਨ ਜੀ ਹਨ। ਮੈਨੂੰ ਉਹਨਾਂ ਦੀ ਲੋੜ ਹੈ, ਉਹਨਾਂ ਨੂੰ ਕੈਦੀ ਬਣਾ ਕੇ ਮੇਰੇ ਸਾਹਮਣੇ ਲਿਆ ਕੇ ਪੇਸ਼ ਕਰੋ। ਸਚਿਵ ਸੈਨ ਨਿਰਪ ਕੇ ਨਰ ਜੇ। ਹਾਂ, ਜਿੰਨੇ ਵੀ ਰਾਜੇ ਦੇ ਸਲਾਹਕਾਰ ਹੈ ਜਾਂ ਸੈਨਾ ਦੇ ਵਿੱਚ ਭਰਤੀ ਹੋਏ ਲੋਕ ਹੈ, ਮਰਦ ਹਨ ਰਾਜੇ ਦੇ, ਜਿੰਨੀ ਪ੍ਰਜਾ ਹੈ ਸਾਰੀ। ਭੋਜਨ ਜਾਹੇ ਸ਼ਕਲ ਮਿਲਤੇ। ਕਹਿੰਦੀ ਖੋਜਣ ਜਾਓ, ਲੱਭਣ ਜਾਓ, ਸਾਰੇ ਮਿਲ ਕੇ ਵਿਸ਼ਨੂੰ ਭਗਵਾਨ ਨੂੰ ਗ੍ਰਿਫਤਾਰ ਕਰਨ ਲਈ। ਬਿਨ ਪਕੜੇ ਨੇ ਹਟ ਕਰ ਆਵੋ। ਹਾਂ, ਕਹਿੰਦੀ ਜਿੰਨੀ ਦੇਰ ਤੱਕ ਗ੍ਰਿਫਤਾਰ ਕਰਕੇ ਨਹੀਂ ਲੈ ਕੇ ਆਉਂਦੇ ਨਾ, ਤੁਸੀਂ ਵਾਪਸ ਨਹੀਂ ਆਉਣਾ ਕਿਸੇ ਨੇ। ਦੇਸ ਵਿਦੇਸਨਾ ਮੈਂ ਫਿਰ ਪਾਵੋ। ਹਾਂ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਓ, ਜਿੱਥੇ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਵਿਸ਼ਨੂੰ ਜੀ ਮਿਲ ਸਕਦੇ ਹੈ, ਤੇ ਸ਼੍ਰੀ ਵਿਸ਼ਨੂੰ ਜੀ ਨੂੰ ਗ੍ਰਿਫਤਾਰ ਕਰਨ ਲਈ ਦੇਸ਼ਾਂ ਵਿਦੇਸ਼ਾਂ ਵਿੱਚ ਲੱਭੋ। ਸੁਨਤ ਹੁਕਮ ਕੋ ਜੈ ਤੈ ਧਾਏ। ਆਪਣੇ ਨਵੇਂ ਰਾਜੇ ਦਾ, ਉਹ ਇਸਤਰੀ ਦਾ ਇਹ ਹੁਕਮ ਸੁਣ ਕੇ ਸਾਰੇ ਜਿਹੜੇ ਲੋਕ ਸਨ, ਪ੍ਰਜਾ ਦੇ ਸਾਰੇ ਮੰਤਰੀ ਸਨ, ਉਹ ਜਹ ਕਹੇ ਇੱਧਰ ਉੱਧਰ ਸਾਰੇ ਤੁਰ ਪਏ ਲੱਭਣ ਦੇ ਲਈ। ਮਨ ਦੇ ਉਪਾਅ ਕਰੈ ਬਦਲਾਏ। ਅਨੇਕਾਂ ਉਪਾਅ ਕਰਦੇ ਐ, ਅਨੇਕਾਂ ਯਤਨ ਕਰਦੇ ਐ, ਆਪਣਾ ਬਲ ਲਾਉਂਦੇ ਐ, ਜ਼ੋਰ ਲਾਉਂਦੇ ਐ ਕਿ ਭਗਵਾਨ ਵਿਸ਼ਨੂੰ ਨੂੰ ਕਿਸੇ ਤਰੀਕੇ ਗ੍ਰਿਫਤਾਰ ਕਰਕੇ ਲੈ ਜਾਈਏ। ਸਗਰੋ ਨਗਰ ਭਇਓ ਬੈਰਾਨ। ਸਾਰਾ ਨਗਰ ਹੈਰਾਨ ਹੈ, ਅਚਰਜ ਹੈ ਕਿ ਕੈਸਾ ਹੁਕਮ ਸਾਡੇ ਨਵੇਂ ਰਾਜੇ ਨੇ ਕਰ ਦਿੱਤਾ। ਔਰ ਸਗਰੋ ਨਗਰ ਭਇਓ ਬੈਰਾਨ, ਸਾਰਾ ਨਗਰ ਵੀਰਾਨ ਹੋ ਗਿਆ, ਸਾਰਾ ਰਾਜ ਭਾਗ ਮਹਿਲ ਖਾਲੀ ਹੋ ਗਿਆ, ਕਿਉਂਕਿ ਸਾਰਿਆਂ ਨੂੰ ਹੁਕਮ ਕੀਤਾ ਸੀ ਨਾ ਵੀ ਸਾਰੇ ਚਲੇ ਜਾਓ, ਇਸ ਕਰਕੇ ਸਾਰਾ ਉੱਥੇ ਸੁੰਨਸਾਨ ਹੋ ਗਿਆ। ਹੋ ਚਾਹੇ ਜਿਤ ਪਿਤ ਵਿਸ਼ਨ
ਤੇ ਜਿੱਤ ਕਿਤ ਜਿੱਥੇ ਕਿਤੇ ਥਾਵਾਂ ਥਾਵਾਂ ਦੇ ਉੱਤੇ ਲੱਭਦੇ ਫਿਰਦੇ ਆ ਕਿ ਸੁਜਾਨ ਵਿਸ਼ਨੂੰ ਭਗਵਾਨ ਜੀ ਸਾਨੂੰ ਕਿਤੋਂ ਮਿਲ ਪੈਣ। ਇੱਦਾਂ ਯਤਨ ਕਰਦਿਆਂ ਕਰਦਿਆਂ, ਐਫਰਟ ਕਰਦਿਆਂ ਕਰਦਿਆਂ, ਕੋਸ਼ਿਸ਼ਾਂ ਕਰਦਿਆਂ ਕਰਦਿਆਂ ਪੁਸ਼ਕਰ ਰਾਜ ਵਿਖੇ ਪਹੁੰਚੇ ਹਨ। ਤੇ ਪੁਸ਼ਕਰ ਨਗਰੀ ਦੇ ਵਿੱਚ ਜਾ ਕੇ ਕੀ ਵੇਖਿਆ ਕਿ ਉੱਥੇ ਇੱਕ ਗੁਫਾ ਉਹਨਾਂ ਦੇ ਨਜ਼ਰੀ ਪਈ। ਤੇ ਲੱਭਣ ਦੇ ਲਈ ਕਿ ਸ਼ਾਇਦ ਵਿਸ਼ਨੂੰ ਭਗਵਾਨ ਇਹਦੇ ਵਿੱਚ ਨਾ ਲੁਕੇ ਬੈਠੇ ਹੋਣ, ਉਹਨਾਂ ਨੂੰ ਖੋਜਣ ਦੇ ਲਈ ਉਹ ਗੁਫਾ ਦੇ ਵਿੱਚ ਪ੍ਰਵੇਸ਼ ਕੀਤਾ, ਅੰਦਰ ਦਾਖਲ ਹੋ ਗਏ। ਅੰਦਰ ਜਾ ਕੇ ਕੀ ਵੇਖਿਆ ਕਿ ਇੱਕ ਸਿੱਧ, ਇੱਕ ਸਾਧੂ ਮਹਾਤਮਾ, ਰਿੱਧੀਆਂ ਸਿੱਧੀਆਂ ਦਾ ਮਾਲਕ ਜਿਹੜਾ ਉਹ ਅੰਦਰ ਬਿਰਾਜਮਾਨ ਹੈ। ਜਾ ਕੇ ਇਹਨਾਂ ਨੇ ਉਹਨੂੰ ਨਮਸਕਾਰ ਕੀਤੀ, ਮਹਾਤਮਾ ਨੂੰ, ਸਿੱਧ ਨੂੰ, ਤੇ ਆਪਣਾ ਕਾਜ ਸੁਣਾਇਓ, ਆਪਣਾ ਕਾਜ ਦੱਸਿਆ, ਕੰਮ ਦੱਸਿਆ ਵੀ ਅਸੀਂ ਕਾਹਦੇ ਵਾਸਤੇ ਆਏ ਆ। ਕਹਿੰਦੇ ਅਸੀਂ ਤਾਂ ਵਿਸ਼ਨੂੰ ਨੂੰ, ਭਗਵਾਨ ਨੂੰ ਖੋਜਦੇ ਫਿਰਦੇ ਹਾਂ, ਸਾਡੇ ਰਾਜੇ ਦਾ ਹੁਕਮ ਹੈ। ਸੋ ਇਹ ਸਾਰੀ ਗੱਲਬਾਤ ਦੱਸਤੀ ਕਿ ਸਾਡਾ ਰਾਜਾ ਇਸ ਤਰ੍ਹਾਂ ਕਰਕੇ ਤਪਸਵੀ ਹੋ ਗਿਆ, ਉਹ ਜੰਗਲ ਵਿੱਚ ਚਲਿਆ ਗਿਆ, ਆਪਣੀ ਜਗ੍ਹਾ ਤੇ ਆਪਣੇ ਗੁਰੂ ਨੂੰ ਬਿਠਾ ਗਿਆ। ਗੁਰੂ ਵੀ ਐਸਾ ਹੀ ਨਿਕਲਿਆ, ਉਹ ਭਗਤੀ ਕਰਨ ਦੇ ਲਈ ਉਹ ਵੀ ਚਲਿਆ ਗਿਆ ਆਪਣੀ ਜਗ੍ਹਾ ਦੇ ਉੱਤੇ। ਇੱਕ ਕੈਦੀ ਨੂੰ, ਜਿਹੜਾ ਮਰਦ ਤੋਂ ਇਸਤਰੀ ਬਣ ਗਿਆ, ਉਹਨੂੰ ਬਿਠਾ ਗਿਆ ਰਾਜ ਦੇ ਉੱਤੇ। ਪਰ ਉਹਨੇ ਐਸਾ ਅਚਰਜਤਾ ਜੀ ਵਾਲਾ ਸਾਨੂੰ ਹੁਕਮ ਕਰ ਦਿੱਤਾ ਕਿ ਤੁਸੀਂ ਵਿਸ਼ਨੂੰ ਭਗਵਾਨ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਉਣਾ ਹੈ। ਸੋ ਅਸੀਂ ਇਸ ਕਾਜ ਵਾਸਤੇ ਆਏ ਹਾਂ, ਇਹ ਕੰਮ ਸਾਰਾ ਦੱਸ ਦਿੱਤਾ। ਹਾਂ, ਕਹਿੰਦੇ ਪਰ ਅਸੀਂ ਤਾਂ ਹਾਰ ਗਏ ਹਾਂ, ਥੱਕ ਗਏ ਹਾਂ, ਅੱਕ ਗਏ ਹਾਂ। ਭਗਵਾਨ ਵਿਸ਼ਨੂੰ ਨਹੀਂ ਸਾਨੂੰ ਮਿਲਿਆ, ਕਿਤੋਂ ਗ੍ਰਿਫਤਾਰ ਨਹੀਂ ਕਰ ਸਕੇ ਅਸੀਂ। ਕਹਿੰਦੇ ਹੇ ਸਿੱਧ ਮੁਨੀ ਜੀ, ਹੇ ਮਹਾਤਮਾ ਜੀ, ਸਾਡੇ ਤੇ ਕਿਰਪਾ ਕਰੋ। ਤੁਹਾਨੂੰ ਪਤਾ ਹੈ ਤਾਂ ਸਾਨੂੰ ਦੱਸ ਦਿਓ ਕਿੱਥੇ ਹੈ ਵਿਸ਼ਨੂੰ ਭਗਵਾਨ। ਜੇ ਤੁਸੀਂ ਨਹੀਂ ਦੱਸੋਗੇ ਨਾ, ਫਿਰ ਕਹਿੰਦੇ ਅਸੀਂ ਇੱਦਾਂ ਹੀ ਲੱਭਦਿਆਂ ਲੱਭਦਿਆਂ ਆਪਣੇ ਪ੍ਰਾਣ ਤਿਆਗ ਦੇਵਾਂਗੇ, ਸਾਡੇ ਤਾਂ ਸਾਹ ਇੱਦਾਂ ਹੀ ਨਿਕਲ ਜਾਣੇ ਆ। ਤੁਸੀਂ ਤਾਂ ਮਹਾਂਪੁਰਖ ਹੋ ਤੇ ਮਹਾਂਪੁਰਖਾਂ ਦਾ ਕੰਮ ਹੁੰਦਾ ਸੁੱਖ ਉਪਜਾਉਣਾ, ਸੁੱਖ ਪੈਦਾ ਕਰਨਾ, ਦੁਨੀਆ ਨੂੰ ਸੁਖੀ ਕਰਨਾ। ਇਸ ਕਰਕੇ ਸਾਡੀ ਇਸ ਵਿਪਤਾ ਦੇ ਸਮੇਂ ਵਿੱਚ ਸਹਾਇਤਾ ਕਰੋ, ਸਾਨੂੰ ਸੁਖੀ ਕਰ ਦਿਓ। ਉਸ ਵੇਲੇ ਜਦੋਂ ਸਿੱਧ ਨੇ ਇਹਨਾਂ ਦੀ ਗੱਲ ਸੁਣੀ ਤੇ ਮਨ ਹੀ ਮਨ ਮੰਨ ਗਿਆ। ਮਨ ਦੇ ਵਿੱਚ ਉਹਨੇ ਇਹ ਗੱਲ ਮੰਨ ਲਈ ਵੀ ਵਾਕਈ ਮੈਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਹਾਂ, ਕਹਿੰਦਾ ਜੇ ਮੈਂ ਹੱਠ ਕਰ ਗਿਆ, ਜਿੱਦ ਕਰ ਗਿਆ ਵੀ ਇਹਨਾਂ ਨੂੰ ਵਿਸ਼ਨੂੰ ਭਗਵਾਨ ਨੂੰ ਨਹੀਂ ਮਿਲਾਉਣਾ ਤੇ ਉਹ ਜਿਹੜੀ ਇਸਤਰੀ ਹੈ ਉਹਨੂੰ ਮਰਦ ਨਹੀਂ ਬਣਾਉਣਾ, ਤਾਂ ਇਹ ਵਿਚਾਰੇ ਸਾਰੇ ਆਪਣੇ ਪ੍ਰਾਣ ਤਿਆਗ ਦੇਣਗੇ, ਇੱਦਾਂ ਹੀ ਮਰ ਜਾਣਗੇ ਭੌਂਦੇ ਹੋਏ। ਦਇਆ ਦੇ ਘਰ ਦੇ ਵਿੱਚ ਆ ਗਿਆ, ਤਰਸ ਆਇਆ ਉਹ ਸਿੱਧ ਨੂੰ ਇਹਨਾਂ ਦੇ ਉੱਤੇ, ਤੇ ਆਪਣੇ ਨਾਲ ਬਾਕੀ ਹੋਰ ਸਿੱਧਾਂ ਨੂੰ ਨਾਲ ਲੈ ਕੇ ਤੇ ਉਤੰਗ ਉੱਚੀ ਜਗ੍ਹਾ ਦੇ ਉੱਤੇ, ਕਹਿੰਦੇ ਗਿਰਨਾਰ ਪਹਾੜ ਦੇ ਉੱਤੇ, ਜਿਹੜਾ ਕਾਠੀਆਵਾੜ ਦੇ ਵਿੱਚ ਹੈ, ਗੁਜਰਾਤ ਦੇ ਵਿੱਚ। ਸੋ ਇਹ ਗਿਰਨਾਰ ਪਰਬਤ ਤੇ ਪਹੁੰਚੇ ਹੈ। ਗਿਰਨਾਰ ਪਰਬਤ ਬਹੁਤ ਉੱਚਾ ਪਹਾੜ ਹੈ ਗੁਰਮੁਖੋ, 3500 ਫੁੱਟ ਇਹਦੀ ਬੁਲੰਦੀ ਭਾਈ ਕਾਨ ਸਿੰਘ ਨਾਭਾ ਨੇ ਮਹਾਨ ਕੋਸ਼ ਦੇ ਵਿੱਚ ਲਿਖੀ ਹੈ। ਔਰ ਇੱਥੇ ਬੜੇ ਸਿੱਧਾਂ ਦਾ ਸਮੂਹ ਸੀ, ਬੜਾ ਸਿੱਧਾਂ ਦਾ ਇੱਕ ਟੋਲਾ ਜਥਾ ਭਾਰੀ ਤਪੱਸਿਆ ਕਰਦਾ ਸੀ। ਸਿੱਧਾਂ ਦਾ ਵੀ ਉੱਥੇ ਮੰਦਿਰ ਬਣਿਆ ਹੋਇਆ, ਦੁਰਗਾ ਦਾ ਵੀ ਮੰਦਿਰ ਬਣਿਆ ਹੋਇਆ, ਕਾਲਕਾ ਦਾ ਵੀ ਮੰਦਿਰ ਬਣਿਆ ਹੋਇਆ। ਸੋ ਇਸ ਪ੍ਰਕਾਰ ਹੋਰ ਵੀ ਕਈ ਮੰਦਿਰ, ਦੱਤਾਤਰੇय ਰਿਖੀ ਦਾ ਉੱਥੇ ਮੰਦਿਰ ਬਣਿਆ ਹੋਇਆ। ਉਸ ਗਿਰਨਾਰ ਪਹਾੜ ਦੇ ਉੱਤੇ ਬਾਕੀ ਸਿੱਧਾਂ ਦੇ ਕੋਲ ਲੈ ਕੇ ਪਹੁੰਚ ਗਿਆ ਉਹ ਸਿੱਧ। ਹਾਂ, ਕਹਿੰਦੇ ਉਸ ਪਹਾੜ ਦੇ ਉੱਤੇ ਸਿੱਧਾਂ ਦਾ ਇੱਕ ਸਮੂਹ, ਇੱਕ ਜਥਾ ਰਹਿੰਦਾ ਸੀ, ਟੋਲਾ। ਹਾਂ, ਜਦੋਂ ਉੱਚੇ ਚੜ੍ਹੇ ਪਹਾੜ ਦੇ ਉੱਤੇ ਤੇ ਸਾਰਿਆਂ ਨੇ ਦੇਖਿਆ ਕਿ ਉੱਥੇ ਸਿੱਧਾਂ ਦਾ, ਇਹ ਸਿੱਧਾਂ ਦੀ ਮੰਡਲੀ ਇਕੱਤਰ ਹੋਈ ਬੈਠੀ ਹੈ। ਤੇ ਉਹਨਾਂ ਸਿੱਧਾਂ ਦੇ ਵਿੱਚ ਇੱਕ ਸਿੱਧ ਜਿਹਦਾ ਨਾਮ ਜਗਰਾਜ ਸਿੱਧ ਹੈ, ਪੂਰਾ ਹੈ ਤਪੱਸਿਆ ਦੇ ਵਿੱਚ, ਪੂਰਾ ਸਿੱਧ ਤਵ ਨੂੰ ਜਿਹਨੇ ਪ੍ਰਾਪਤ ਕੀਤਾ ਹੋਇਆ ਹੈ।
ਤੇ ਸਾਰੇ ਉਸ ਸਿੱਧ ਦੇ ਕੋਲੇ ਗਏ, ਉਹਨੂੰ ਜਾ ਕੇ ਮਿਲੇ। ਉਹਦਾ ਰੂਰਾ ਜਸ ਜਿਹੜਾ ਸੀ, ਸੁੰਦਰ ਜਸ ਉਹਦਾ ਕੀਤਾ। ਸਤਨ ਪ੍ਰਸੰਗ ਸੁਨਾਵਣ ਕੀਨਾ। ਤੇ ਸਾਰੀ ਵਾਰਤਾ, ਸਾਰਾ ਪ੍ਰਸੰਗ ਉਹਨੂੰ ਦੱਸ ਦਿੱਤਾ ਕਿ ਇਸ ਤਰ੍ਹਾਂ ਕਰਕੇ ਇਹ ਸਾਰੀ ਘਟਨਾ ਵਾਪਰੀ ਹੈ। ਉਹ ਇਸਤਰੀ ਨੂੰ ਪੁਰਸ਼ ਬਣਾਉਣ ਖਾਤਰ ਸਾਡਾ ਰਾਜਾ ਤਪੱਸਿਆ ਕਰਨ ਚਲੇ ਗਿਆ। ਉੱਥੇ ਉਹਨੂੰ ਜੋ ਗੁਰੂ ਉਹਦਾ ਮਿਲਿਆ, ਉਹਨੂੰ ਰਾਜਗੱਦੀ 'ਤੇ ਬਿਠਾ ਗਿਆ। ਪਰ ਗੁਰੂ ਫੇਰ ਗਾਂ ਉਹ ਇਸਤਰੀ ਨੂੰ ਬਿਠਾ ਗਿਆ, ਉਹਦੇ ਗੁਨਾਹਾਂ ਨੂੰ ਮਾਫ ਕਰਕੇ। ਉਹਨੇ ਸਾਨੂੰ ਆਹ ਹੁਕਮ ਕਰ ਦਿੱਤਾ ਕਿ ਤੁਸੀਂ ਵਿਸ਼ਨੂੰ ਭਗਵਾਨ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਉਣਾ ਹੈ। ਤੇ ਅਸੀਂ ਇਸ ਕਰਕੇ ਹੁਣ ਗੁਫਾ ਵਿੱਚ ਬੈਠੇ ਹੋਏ ਸਿੱਧ ਨੂੰ ਨਾਲ ਲੈ ਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਪਹੁੰਚੇ ਹਾਂ। ਜਿਸ ਬਿਦ ਰਾਜ ਤਰਿਆ ਮੈਂ ਲੀਨਾ। ਹਾਂ, ਜਿਸ ਤਰੀਕੇ ਨਾਲ ਉਹ ਇਸਤਰੀ ਨੇ ਰਾਜ ਲਿਆ, ਉਹ ਸਾਰੀ ਗੱਲਬਾਤ, ਸਾਰੀ ਕਹਾਣੀ ਦੱਸ ਦਿੱਤੀ। ਬੰਨਿਓ ਚਾਹੈ ਨਰ ਹੁਕਮ ਬਖਾਨਾ। ਕਹਿੰਦੇ ਅਸੀਂ ਹੁਣ ਸਾਰੇ ਜਿਹੜੇ ਆ ਉਹਦੇ ਹੁਕਮ ਮੰਨ ਕੇ ਆਏ ਆ। ਜਿਹੜੀ ਇਸਤਰੀ ਬਣਿਓ ਚਾਹੇ ਨਰ, ਬਣਿਆ ਚਾਹੁੰਦੀ ਹੈ, ਨਰ ਆਦਮੀ ਬਣਨਾ ਚਾਹੁੰਦੀ ਹੈ ਜਿਹੜੀ ਇਸਤਰੀ, ਤੇ ਉਹਨੇ ਸਾਨੂੰ ਇਸ ਤਰ੍ਹਾਂ ਹੁਕਮ ਕੀਤਾ ਹੈ। ਕਰੋ ਆਨੇ ਬਿਸਨ ਸੁਜਾਨਾ। ਉਹਨੇ ਹੁਕਮ ਕੀ ਕੀਤਾ ਹੈ ਕਿ ਫੜ ਕੇ ਗ੍ਰਿਫਤਾਰ ਕਰਕੇ ਲੈ ਕੇ ਆਓ ਵਿਸ਼ਨੂੰ ਸਜਾਨ ਨੂੰ, ਭਗਵਾਨ ਨੂੰ। ਇਸ ਕਰ ਲੋਕ ਹਜ਼ਾਰਾਂ ਫਿਰੇ। ਕਹਿੰਦੇ ਇਸ ਕਰਕੇ ਸਾਡੇ ਰਾਜ ਭਾਗ ਦੇ ਹਜ਼ਾਰਾਂ ਲੋਕ ਵਿਸ਼ਨੂੰ ਜੀ ਨੂੰ ਲੱਭਦੇ ਫਿਰਦੇ ਹਨ। ਨਹੀਂ ਬਿਸ਼ਨ ਕੋ ਕਤਹੁ ਧਰੇ। ਪਰ ਕਹਿੰਦੇ ਅਸੀਂ ਤਾਂ ਥੱਕ ਹਾਰ ਗਏ ਆ, ਵਿਸ਼ਨੂੰ ਜੀ ਨੂੰ ਨਹੀਂ ਕਿਤੋਂ ਧਰਿਆ, ਅਸੀਂ ਉਹਨਾਂ ਨੂੰ ਨਹੀਂ ਗ੍ਰਿਫਤਾਰ ਕਰ ਸਕੇ। ਹੁਣ ਜਗਰਾਜ ਸਿੱਧ ਬਲ ਦੀਨਾ। ਉਸ ਵੇਲੇ ਇਹਨਾਂ ਦੀ ਸਾਰੀ ਗੱਲਬਾਤ, ਸਾਰੀ ਬਿਪਤਾ ਦੁੱਖ ਸੁਣ ਕੇ ਨਾ ਜਿਹੜਾ ਜਗਰਾਜ ਸਿੱਧ ਸੀ, ਉਹਨੇ ਇਹਨਾਂ ਨੂੰ ਵਰ ਦਿੱਤਾ, ਆਸ਼ੀਰਵਾਦ ਦਿੱਤਾ। ਤੁਮਰੋ ਨਿਰਭਉ ਨਰ ਹੋਏ ਰਹਿਓ ਚੀਨਾ। ਕਹਿੰਦੇ ਭਾਈ ਤੁਹਾਡਾ ਰਾਜਾ ਜਿਹੜੀ ਇਸਤਰੀ ਆ ਨਾ, ਕਹਿੰਦੇ ਉਹ ਨਰ ਹੋ ਜਾਏਗਾ, ਮਨੁੱਖ ਬਣ ਜਾਵੇਗਾ। ਦੇਖਿਓ ਮੋਟ ਮੰਤਰੀ ਕੈ ਵਿਸ਼ਨ ਜੇ ਚਾਹੈ। ਫਿਰ ਮੰਤਰੀ ਕਹਿਣ ਲੱਗੇ ਜੀ ਇਹ ਤਾਂ ਗੱਲ ਠੀਕ ਹੈ ਵੀ ਤੁਸੀਂ ਉਹਨੂੰ ਇਸਤਰੀ ਤੋਂ ਮਰਦ ਬਣਾ ਦਿਓਗੇ, ਪਰ ਜੇਕਰ ਕਹਿੰਦੇ ਉਹਨੇ ਫਿਰ ਇਸ ਤਰ੍ਹਾਂ ਦਾ ਹੁਕਮ ਕਰ ਦਿੱਤਾ, ਪੁਨ ਮੰਤਰੀ ਕਹੇ ਵਿਸ਼ਨ ਜੇ ਚਾਹੈ, ਜੇ ਕਹਿੰਦੇ ਉਹਨੇ ਫਿਰ ਆਖਿਆ ਕਿ ਮੈਨੂੰ ਤਾਂ ਵਿਸ਼ਨੂੰ ਹੀ ਚਾਹੀਦਾ, ਗ੍ਰਿਫਤਾਰ ਕਰਕੇ ਲੈ ਕੇ ਆਓ, ਤੋ ਹਮ ਕਹਾਂ ਕਹੈ ਤਿਸ ਪਾਹੈ। ਫਿਰ ਸਾਨੂੰ ਇਹ ਵੀ ਦੱਸ ਦਿਓ, ਅਸੀਂ ਫਿਰ ਉਹਨੂੰ ਜਵਾਬ ਕੀ ਦਈਏ, ਜਾ ਕੇ ਉਹਨੂੰ ਕੀ ਆਖਾਂਗੇ। ਨਿਮ ਸੁਨ ਸਿੱਧ ਸਾਧ ਤਬ ਹੋਏ। ਜਦੋਂ ਇਹ ਗੱਲ ਸੁਣੀ ਤਾਂ ਉਹ ਸਿੱਧ ਜਿਹੜਾ ਜਗਰਾਜ ਸਿੱਧ ਸੀ ਤੇ ਬਾਕੀ ਦੇ ਜਿਹੜੇ ਸਿੱਧ ਸੀ, ਉਹਨਾਂ ਦੇ ਸਾਥ ਹੋ ਗਏ, ਉਹਨਾਂ ਦੇ ਨਾਲ ਹੀ ਹੋ ਗਏ। ਕਹਿੰਦੇ ਚਲੋ ਅਸੀਂ ਤੁਹਾਡੇ ਉੱਥੇ ਰਾਜ ਵਿੱਚ ਚੱਲਦੇ ਹਾਂ। ਵਿਕਰਮ ਨਿਕਟ ਗਏ ਸਭ ਹੋਏ। ਤੇ ਇਹ ਜੰਗਲ ਵਿੱਚ ਪਹੁੰਚ ਗਏ ਜਿੱਥੇ ਰਾਜਾ ਬਿਕਰਮਾਜੀਤ ਜੀ ਦੇ ਨਾਂ ਦੇ ਉੱਤੇ ਬਿਕਰਮੀ ਸੰਮਤ ਚੱਲਦਾ ਹੈ। ਉਹ ਧਰਮਾਤਮਾ ਰਾਜਾ ਜਿੱਥੇ ਤਪੱਸਿਆ ਕਰ ਰਿਹਾ ਸੀ, ਤਪ ਸਾਧ ਰਿਹਾ ਸੀ ਨਾ, ਬੰਦਗੀ ਕਰ ਰਿਹਾ ਸੀ, ਉਹਦੇ ਕੋਲ ਜੰਗਲ ਵਿੱਚ ਚਲੇ ਗਏ। ਇਸ ਕੋ ਲੇਕਰ ਸੰਗ ਸਿਧਾਰੇ। ਫਿਰ ਉੱਥੋਂ ਉਹਨੂੰ ਨਾਲ ਲੈ ਕੇ ਤੇ ਅੱਗੇ ਉਹਦੇ ਰਾਜ ਭਾਗ, ਉਹਦੇ ਮਹਿਲਾਂ ਵਿੱਚ ਚਲੇ ਗਏ। ਕਹਿੰਦੇ ਭਾਈ ਜਿਹੜੇ ਕੰਮ ਵਾਸਤੇ ਤੂੰ ਤਪੱਸਿਆ ਕਰਦਾ ਹੈ ਉਹ ਕਾਰਜ ਤੇਰਾ ਅਸੀਂ ਕਰਨ ਆਏ ਆ, ਤੇ ਚੱਲ ਹੁਣ ਸਾਡੇ ਨਾਲ ਮਹਿਲਾਂ ਦੇ ਵਿੱਚ। ਇਉਂ ਰਾਜੇ ਬਿਕਰਮਾਜੀਤ ਨੂੰ ਨਾਲ ਲੈ ਕੇ ਉਹਦੇ ਮਹਿਲਾਂ ਵਿੱਚ ਚਲੇ ਗਏ। ਪਹੁੰਚੇ ਪੁਰੀ ਮਝਾਰੇ। ਹਾਂ, ਉਹਦੀ ਪੁਰੀ ਵਿੱਚ, ਉਹਦੇ ਨਗਰ ਦੇ ਵਿੱਚ, ਉਹਦੇ ਮਹਿਲਾਂ ਵਿੱਚ ਪਹੁੰਚ ਗਏ। ਦਾਸੀ ਤ੍ਰਿਆ ਪੁਰਖ ਕਰ ਦੇਹੋ। ਤੇ ਜਾ ਕੇ ਕੀ ਹੋਇਆ, ਜਿਹੜਾ ਜਗਰਾਜ ਸਿੱਧ ਸੀ ਇਹਨੇ ਆਪਣੀਆਂ ਰਿੱਧੀਆਂ ਸਿੱਧੀਆਂ ਦੇ ਬਲ ਦੇ ਨਾਲ ਜੋ ਪਰਮੇਸ਼ਰ ਦੀ ਬੰਦਗੀ ਕਰਕੇ ਇਹਨੇ ਪ੍ਰਾਪਤ ਕੀਤੀਆਂ ਸਨ ਨਾ, ਤੇ ਜਿਹਨੂੰ ਰਾਜ ਭਾਗ ਦੇ ਉੱਤੇ ਉਹ ਫੰਦਕ ਤਪਸਵੀ ਬਿਠਾ ਗਿਆ ਸੀ ਕੈਦਣ ਇਸਤਰੀ ਨੂੰ, ਉਹਨੂੰ ਜਾ ਕੇ ਕਹਿੰਦੇ ਇਸਤਰੀ ਤੋਂ ਮਰਦ ਬਣਾ ਦਿੱਤਾ, ਉਹਦਾ ਜਾਮਾ ਹੀ ਬਦਲ ਦਿੱਤਾ। ਕਿਉਂਕਿ ਹੈਰਾਨੀ ਜੀ ਹੋਵੇਗੀ ਇਸ ਗੱਲ ਨੂੰ ਸੁਣ ਕੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਵੀ ਐਸੇ ਵਚਨ ਹਨ ਕਿ ਪਰਮੇਸ਼ਰ ਦੇ ਵਸ ਸਭ ਕੁਝ ਹੈ। ਨਾਰੀ ਤੇ ਜੋ ਪੁਰਖ ਕਰਾਵੈ, ਪੁਰਖਨ ਤੇ ਜੋ ਨਾਰੀ, ਕਹੋ ਨਾਨਕ ਸਾਧੂ ਕੋ ਮੂਰਤ ਤਿਸ ਮੂਰਤ ਬਲਹਾਰੀ, ਕਹੋ ਨਾਨਕ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਹਾਰੀ। ਕਹਿੰਦੇ ਐਸਾ ਜਿਹੜਾ ਪਰਮੇਸ਼ਰ ਹੈ ਉਹਦੇ ਵੱਸ ਵਿੱਚ ਹੈ, ਉਹ ਇਸਤਰੀ ਤੋਂ ਪੁਰਸ਼ ਬਣਾ ਸਕਦਾ ਹੈ ਤੇ ਪੁਰਸ਼ਾਂ ਤੋਂ ਇਸਤਰੀ ਬਣਾ ਸਕਦਾ ਹੈ।
ਤੇ ਉਹ ਪਰਮੇਸ਼ਰ ਦੀ ਕਿਰਪਾ ਦੇ ਨਾਲ ਇਹ ਜਗਰਾਜ ਸਿੱਧ ਨੇ ਕਹਿੰਦੇ ਉਸ ਇਸਤਰੀ ਨੂੰ ਇਸਤਰੀ ਤੋਂ ਮਰਦ ਬਣਾ ਦਿੱਤਾ। ਸਭ ਰਾਜ ਪਰ ਵਿਕਰਮ ਕੀਓ। ਹਾਂ, ਤੇ ਸਾਰਾ ਰਾਜ ਭਾਗ ਸੀ ਜਿਹੜਾ ਉਹ ਰਾਜੇ ਬਿਕਰਮਾਜੀਤ ਨੂੰ ਦੁਬਾਰਾ ਦੇ ਦਿੱਤਾ। ਹੋਰ ਮਸ਼ੰਦਰ ਗੋਰਖਨਾਥ। ਤੇ ਉਸ ਤੋਂ ਬਾਅਦ ਜਿਹੜੇ ਸਿੱਧਾਂ ਦੇ ਵਿੱਚੋਂ ਐਨ ਸਿਰੇ ਦੇ ਸਿੱਧ ਸਨ ਵੱਡੇ ਇਹਨਾਂ ਦੇ ਗੁਰੂ ਮਸ਼ੰਦਰਨਾਥ ਤੇ ਇਹਦਾ ਚੇਲਾ ਗੋਰਖਨਾਥ, ਆਵਤ ਭਏ ਮੇਲ ਕਰ ਸਾਥ। ਉਹ ਵੀ ਆ ਗਏ। ਉਹਨਾਂ ਨੇ ਵੀ ਆ ਕੇ ਮੇਲ ਮਿਲਾਪ ਕੀਤਾ, ਰਾਜੇ ਬਿਕਰਮਾਜੀਤ ਨੂੰ ਆ ਕੇ ਮਿਲੇ। ਮਿਲ ਕਰ ਰਾਜਾ ਰਾਜ ਬਿਠਾਇਓ। ਇਹਨਾਂ ਸਾਰੇ ਸਿੱਧਾਂ ਨੇ ਇਕੱਠੇ ਹੋ ਕੇ ਦੁਬਾਰਾ ਰਾਜੇ ਬਿਕਰਮਾਜੀਤ ਨੂੰ ਰਾਜ ਗੱਦੀ ਉੱਤੇ ਬਿਠਾ ਦਿੱਤਾ। ਸੋ ਦਾਸੀ ਮੰਤਰੀ ਠਹਿਰਾਇਓ। ਤੇ ਉਹ ਜਿਹੜੀ ਮੰਤਰੀ ਸੀ, ਜਿਹੜੀ ਦਾਸੀ ਸੀ ਨਾ, ਜਿਹੜੀ ਇਸਤਰੀ ਸੀ, ਇਸਤਰੀ ਤੋਂ ਪੁਰਸ਼ ਜਿਹਨੂੰ ਬਣਾਇਆ ਸੀ, ਉਹਨੂੰ ਰਾਜੇ ਦਾ ਮੰਤਰੀ ਬਣਾ ਦਿੱਤਾ। ਕਹਿਓ ਮਨੁੱਖ ਦੇ ਹੈ ਵਿਸ਼ਨੂੰ। ਤੇ ਆਖਿਆ ਕਿ ਤੁਸੀਂ ਵਿਸ਼ਨੂੰ ਨੂੰ ਲੱਭਦੇ ਸੀ, ਵਿਸ਼ਨੂੰ ਨੂੰ ਲੱਭ ਕੇ ਆਓ, ਲੱਭ ਕੇ ਲੈ ਕੇ ਆਓ ਗ੍ਰਿਫਤਾਰ ਕਰਕੇ। ਕਹਿੰਦੇ ਜਿਹੜੀ ਆ ਮਨੁੱਖਾ ਦੇਹ ਆ ਨਾ, ਕਹਿੰਦੇ ਇਹੀ ਵਿਸ਼ਨੂੰ ਭਗਵਾਨ ਹੈ। ਦੁਰਤ ਦਇਆ ਕੋ ਫਲ ਦਿਏ ਤਿਸਨੋ। ਹਾਂ, ਜਿਸ ਦੇਹੀ ਨੇ, ਜਿਸ ਦੇਹੀ ਦੇ ਵਿੱਚ, ਜਿਸ ਤਨ ਵਿੱਚ, ਸਰੀਰ ਵਿੱਚ ਦਇਆ ਆਈ ਤੇ ਦਇਆ ਦਾ ਕਰਕੇ ਤੁਰਤ ਹੀ ਬਹੁਤ ਜਲਦੀ ਹੀ ਇਸ ਇਸਤਰੀ ਨੂੰ ਇਸ ਦਇਆ ਕਰਨ ਦੇ ਬਦਲੇ ਫਲ ਦੀ ਪ੍ਰਾਪਤੀ ਹੋ ਗਈ। ਜੁਗ ਕੋ ਧਰਮ ਇਹੀ ਦਿਖਾਇਓ। ਸਤਿਗੁਰ ਸੱਚੇ ਪਾਤਸ਼ਾਹ ਜੀ ਕਥਾ ਸੁਣਾਉਂਦੇ ਕਹਿ ਰਹੇ ਆ, ਕਹਿੰਦੇ ਜੁਗ ਕੋ ਧਰਮ ਇਹੀ ਦਿਖਾਇਓ। ਕਹਿੰਦੇ ਕਲਯੁਗ ਦਾ ਜਿਹੜਾ ਧਰਮ ਆ ਨਾ, ਇਹੀ ਦਿਖਾਇਆ ਕਲਯੁਗ ਦੇ ਵਿੱਚ। ਕਹਿੰਦੇ ਕਿ ਜਿਹੜਾ ਦਇਆ ਕਰਦਾ ਹੈ, ਧਰਮ ਕਮਾਉਂਦਾ ਇਸ ਕਲਯੁਗ ਦੇ ਵਿੱਚ, ਉਹਨੂੰ ਬਹੁਤ ਜਲਦੀ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਪਾਰਦੀ ਨਿਰਭ ਠਹਿਰਾਇਓ। ਹਾਂ, ਗੁਰੂ ਬਣ ਗਿਆ। ਜਿਹੜਾ ਪਾਰਦੀ ਸੀ, ਸ਼ਿਕਾਰੀ ਸੀ, ਉਹ ਰਾਜੇ ਨੇ ਉਹਨੂੰ ਦੇਖੋ ਗੁਰੂ ਬਣਾ ਲਿਆ ਤੇ ਨਿਰਭ ਠਹਿਰਾਇਓ। ਤੇ ਕੱਲਾ ਗੁਰੂ ਨਹੀਂ ਬਣਾਇਆ, ਉਹ ਰਾਜਾ ਵੀ ਉਹਨੂੰ ਬਣਾ ਦਿੱਤਾ। ਸਗਰੇ ਪਾਪ ਕਟੇ ਤਿਸ ਕੇਰੇ। ਤੇ ਵੇਖੋ ਸਾਰੇ ਪਾਪ ਵੀ ਉਹਦੇ ਕੱਟੇ ਗਏ, ਸਾਰੀਆਂ ਸਜ਼ਾਵਾਂ ਵੀ ਉਹਦੀਆਂ ਮਾਫ ਹੋ ਗਈਆਂ। ਜਾਂਦੇ ਸਿੱਖੋ ਸੁਣੋ ਭਲੇਰੇ। ਇਸ ਕਰਕੇ ਸਿੱਖੋ ਸੁਣੋ, ਹੇ ਭਲੇ ਮਾਨਸੋ, ਹੇ ਭਲੇ ਪੁਰਸ਼ੋ, ਸਿੱਖੋ ਸੁਣੋ ਇਸ ਗੱਲ ਨੂੰ। ਨਾਮ ਪ੍ਰਤਾਪ ਭਲੇ ਪਿਠ ਲਿਓ। ਹਾਂ, ਭਲੀ ਪ੍ਰਕਾਰ ਕਰਕੇ ਦੇਖ ਲਓ, ਵਿਚਾਰ ਲਓ ਇਹ ਗੱਲ ਨੂੰ ਕਿ ਨਾਮ ਜਪਣ ਦਾ ਕਿੱਡਾ ਵੱਡਾ ਤੇਜ ਪ੍ਰਤਾਪ ਹੈ। ਰਾਜਾ ਗੁਰੂ ਪਾਰਦੀ ਭਇਓ। ਹਾਂ, ਰਾਜੇ ਦਾ ਗੁਰੂ ਬਣ ਗਿਆ ਜਿਹੜਾ ਪਾਰਦੀ ਸੀ, ਸ਼ਿਕਾਰੀ ਸੀ, ਪਾਪ ਕਰਨ ਵਾਲਾ ਫੰਦਕ ਸੀ ਨਾ, ਜਿਹੜਾ ਰਾਜੇ ਦਾ ਗੁਰੂ ਬਣ ਗਿਆ ਤਪੱਸਿਆ ਕਰਨ ਨਾਲ, ਦਇਆ ਕਰਨ ਨਾਲ। ਦਾਸੀ ਦੇਹ ਪੁਰਖ ਬਣ ਗਇਓ। ਉਹ ਜਿਹੜੀ ਦਾਸੀ ਸੀ ਉਹਨੇ ਗਾਂ ਉਹਦੇ ਤੇ ਦਇਆ ਕੀਤੀ, ਉਹਨੂੰ ਸਜ਼ਾ ਭੁਗਤਦੇ ਨੂੰ ਵੇਖ ਕੇ। ਤੇ ਕਹਿੰਦੇ ਵੇਖੋ ਉਹਨੂੰ ਕਿੱਡੇ ਵੱਡੇ ਫਲ ਦੀ ਪ੍ਰਾਪਤੀ ਹੋਈ। ਇਸਤਰੀ ਸੀ, ਉਹ ਦਾਸੀ ਸੀ, ਪਰ ਉਹ ਪੁਰਖ ਬਣ ਗਿਆ, ਮਰਦ ਬਣ ਗਈ। ਮੋਹਨ ਨਿਰਪਤਾ ਮੰਤਰੀ ਠਹਿਰਿਓ। ਤੇ ਸਿਰਫ ਮਰਦ ਹੀ ਨਹੀਂ ਬਣੀ, ਫਿਰ ਦੇਖੋ ਕਹਿੰਦੇ ਰਾਜੇ ਦੇ ਮੰਤਰੀ ਦੀ ਪਦਵੀ ਵੀ ਉਹਨੂੰ ਮਿਲ ਗਈ। ਭਇਓ ਦਇਆ ਕੋ ਫਲ ਤਤਕਾਲਾ। ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਫਲ ਹੈ ਨਾ ਸਾਰਾ, ਕਹਿੰਦੇ ਇਹ ਦਇਆ ਦਾ ਫਲੀ ਭੂਤ ਹੋਇਆ, ਸ਼ੀਘਰ ਹੀ, ਜਲਦੀ ਹੀ। ਕਰੀ ਕਹਾਂ ਤੇ ਕਹਾਂ ਵਿਸਾਲਾ। ਦੇਖੋ ਕਹਿੰਦੇ ਦੇਖੋ ਕੀ ਤੋਂ ਕੀ ਬਣ ਗਿਆ। ਕਿਸ ਤਰ੍ਹਾਂ ਦੀ ਉਹ ਇਸਤਰੀ ਸੀ, ਕਿਸ ਤਰ੍ਹਾਂ ਦੀ ਦਾਸੀ ਸੀ, ਤੇ ਕਿਵੇਂ ਉਹ ਰਾਜ ਭਾਗ ਦੇ ਉੱਤੇ ਬੈਠੀ, ਕਿਸ ਤਰ੍ਹਾਂ ਦਾ ਵਰਤਾਰਾ ਵਰਤਿਆ, ਕਿਵੇਂ ਤੋਂ ਕਿਵੇਂ ਇਹ ਸਾਰਾ ਕੁਝ ਵਾਪਰਿਆ। ਮੈਂ ਪਾਲਕ ਪਰਮਾਰਥ ਕੀਨਾ। ਹਾਂ, ਕਹਿੰਦੇ ਜਿਹੜਾ ਰਾਜਾ ਸੀ ਦੇਖੋ ਉਹਨੂੰ ਵੀ ਫਲ ਦੀ ਪ੍ਰਾਪਤੀ ਹੋਈ, ਕਿਉਂਕਿ ਉਹਨੇ ਜੰਗਲ ਵਿੱਚ ਜਾ ਕੇ ਤਪੱਸਿਆ ਕਰ ਲਈ, ਸੋ ਤਪੱਸਿਆ ਦਾ ਉਹਨੂੰ ਪਰਮਾਰਥ ਮਿਲਿਆ। ਗਾਨ ਸਿਦਨ ਕੋ ਦਰਸ਼ਨ ਦੀਨਾ। ਕੀ ਫਲ ਮਿਲਿਆ, ਕੀ ਪਰਮਾਰਥ ਮਿਲਿਆ ਕਿ ਵੱਡੇ ਵੱਡੇ ਸਿੱਧ ਜਿਨ੍ਹਾਂ ਦੇ ਦਰਸ਼ਨਾਂ ਨੂੰ ਦੁਨੀਆ ਤਰਸਦੀ ਹੈ, ਸਾਰੇ ਚੱਲ ਕੇ ਆਪ ਉਹਦੇ ਘਰ, ਉਹਦੇ ਕੋਲ ਆਏ। ਤੇ ਐਡੇ ਐਡੇ ਵੱਡੇ ਸਿੱਧ ਪੁਰਸ਼ਾਂ, ਸਾਧੂ ਮਹਾਤਮਾ ਦੇ ਉਹਨੂੰ ਦਰਸ਼ਨ ਹੋ ਗਏ। ਅੰਤ ਸਮੈ ਤਨ ਤਿਆਗ ਸਿਧਾਰੇ। ਹਾਂ, ਕਹਿੰਦੇ ਫਿਰ ਅੰਤਮ ਸਮਾਂ ਜਿਸ ਵੇਲੇ ਸਤਿਗੁਰੂ ਜੀ ਸਾਖੀ ਸੁਣਾਉਂਦੇ ਹੋਏ ਦੱਸ ਰਹੇ ਹੈ, ਕਹਿੰਦੇ ਗੁਰੂ ਕੇ ਖਾਲਸਾ ਜੀ ਜਦੋਂ ਕਹਿੰਦੇ ਅੰਤਮ ਸਮਾਂ ਆਇਆ ਇਹਨਾਂ ਦਾ, ਇਹ ਤਨ ਤਿਆਗ ਕੇ ਚਲੇ ਗਏ ਸੰਸਾਰ ਤੋਂ। ਬਸੇ ਬਿਸ਼ਨਪੁਰ ਮੈਂ ਪੁਰ ਸਾਰੇ।
ਕਹਿੰਦੇ ਸਾਰੇ ਹੀ ਰਾਜਾ ਵੀ ਤੇ ਸਾਰੀ ਇਹਦੀ ਪ੍ਰਜਾ ਵੀ, ਉਹ ਸ਼ਿਕਾਰੀ ਵੀ ਜਿਹੜਾ ਤਪਸਵੀ ਬਣਿਆ ਸੀ, ਤੇ ਉਹ ਜਿਹੜੀ ਇਸਤਰੀ ਜਿਹੜੀ ਮਰਦ ਬਣ ਕੇ ਮੰਤਰੀ ਬਣੀ ਸੀ, ਕਹਿੰਦੇ ਸਾਰੇ ਹੀ ਸਰੀਰ ਛੱਡ ਕੇ ਆਪੋ ਆਪਣੀ ਉਮਰ ਦੇ ਅਨੁਸਾਰ ਕਹਿੰਦੇ ਫਿਰ ਗੁਰਪੁਰੀ ਨੂੰ ਜਾ ਬਰਾਜਿਆ, ਪਾਰ ਬ੍ਰਹਮ ਪਰਮੇਸ਼ਰ ਵਿੱਚ ਜਾ ਕੇ ਅਭੇਦ ਹੋ ਗਏ, ਸਵਰਗ ਵਿੱਚ ਵਾਸਾ ਹੋ ਗਿਆ। ਸਤਿਗੁਰੂ ਜੀ ਕਹਿੰਦੇ ਇਸ ਕਰਕੇ ਕਹਿੰਦੇ ਮੈਂ ਕਲਯੁਗ ਨੂੰ ਧੰਨਤਾ ਦੇ ਯੋਗ ਆਖਿਆ ਕਿ ਕਲਯੁਗ ਦੇ ਵਿੱਚ ਥੋੜੇ ਕੀਤਿਆਂ, ਥੋੜੀ ਭਗਤੀ ਕੀਤਿਆਂ ਹੀ ਵੱਡੇ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਜਿਹੜਾ ਕਲਯੁਗ ਦਾ ਸਮਾਂ ਨਾ, ਕਲਯੁਗ ਉਤਮੋ ਜੁਗਾ ਮਾਹੇ, ਇਸ ਕਰਕੇ ਕਲਯੁਗ ਉੱਤਮ ਹੈ, ਧੰਨਤਾ ਦੇ ਯੋਗ ਹੈ ਇਹ ਸਮਾਂ। ਕਿਉਂਕਿ ਸਾਰੇ ਯੁੱਗਾਂ ਦੇ ਨਾਲੋਂ, ਸਤਿਯੁਗ ਨਾਲੋਂ, ਤ੍ਰੇਤੇ ਨਾਲੋਂ, ਦੁਆਪਰ ਨਾਲੋਂ ਸਾਰਿਆਂ ਤੋਂ ਮਹਾਨ ਫਲ ਇਹ ਕਲਯੁਗ ਦਿੰਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਕੀਏ ਸੰਗ ਤੇ ਧਨ ਹੈ ਇਹ ਕਲਯੁਗ ਦਾ ਸਮਾਂ, ਔਰ ਇਹ ਧੰਨਤਾ ਦੇ ਯੋਗ ਵੀ ਹੈ ਤੇ ਕਹਿੰਦੇ ਖਰਾ ਵੀ ਹੈ। ਸਮਾਂ ਬੜਾ ਖਰਾ ਸਮਾਂ, ਬੜਾ ਚੰਗਾ ਸਮਾਂ, ਕਿਉਂਕਿ ਕਰਨੀ ਥੋੜੀ ਹੋਏ, ਜੇਕਰ ਕਹਿੰਦੇ ਥੋੜੀ ਜਿਹੀ ਵੀ ਕਰਨੀ ਕਮਾਈ, ਕੋਈ ਬੰਦਗੀ, ਕੋਈ ਪੁੰਨ ਦਾਨ, ਕੋਈ ਦਇਆ ਧਰਮ ਕਰ ਲਵੇ ਇਸ ਯੁੱਗ ਵਿੱਚ, ਹਾਂ ਦੂਜੇ ਤਿੰਨੇ ਯੁੱਗਾਂ ਦੇ ਨਾਲੋਂ ਕਹਿੰਦੇ ਅਤ ਭਲਾ ਬਹੁਤ ਜ਼ਿਆਦਾ ਚੰਗਾ ਸਮਾਂ ਕਲਯੁਗ ਦਾ। ਕਿਉਂਕਿ ਥੋੜੀ ਭਗਤੀ ਕਰਨ ਵਾਲੇ ਨੂੰ ਹੀ ਫਲ ਦੀ ਪ੍ਰਾਪਤੀ ਇੰਨੀ ਹੁੰਦੀ ਹੈ ਕਿ ਪਾਰ ਉਤਾਰੈ ਸੋਏ, ਉਹਦਾ ਪਾਰ ਉਤਾਰਾ ਹੋ ਜਾਂਦਾ ਹੈ। ਥੋੜੀ ਭਗਤੀ ਕਰਨ ਵਾਲਾ ਹੀ ਵੱਡੇ ਫਲ ਦੀ ਪ੍ਰਾਪਤੀ ਕਰ ਲੈਂਦਾ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਸਾਖੀ ਸੁਣਾ ਕੇ ਇਹ ਸਮਝਾਇਆ ਕਿ ਕਲਯੁਗ ਦਾ ਸਮਾਂ ਧਨ ਹੈ, ਔਰ ਕਲਯੁਗ ਦੇ ਸਮੇਂ ਵਿੱਚ ਜੇ ਕੋਈ ਇਸਤਰੀ ਪੁਰਸ਼ ਜਿਹੜਾ ਵੀ ਦਇਆ ਕਰਦਾ ਹੈ, ਉਹ ਉਹਦੇ ਦਿਲ ਦੇ ਵਿੱਚ ਵਸੀ ਹੋਈ ਦਇਆ ਕਰਕੇ, ਧਰਮ ਵਸਣ ਕਰਕੇ ਉਹ ਵੀ ਧੰਨਤਾ ਦੇ ਯੋਗ ਹੈ। ਕਲਯੁਗ ਦਾ ਇਹ ਸਮਾਂ ਵੀ ਧਨ ਹੈ, ਤੇ ਕਲਯੁਗ ਦੇ ਵਿੱਚ ਜੋ ਪੂਰਨ ਪਰਮੇਸ਼ਰ ਦਾ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ, ਸੋ ਉਹ ਵੀ ਧੰਨਤਾ ਦੇ ਯੋਗ ਹਨ। ਉਸ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਿੱਖੀ ਦੇ ਨਾਲ, ਉਹਦੇ ਦਰ ਘਰ ਦੇ ਨਾਲ ਆਓ ਆਪਾਂ ਵੀ ਸਾਰੇ ਜੁੜੀਏ, ਔਰ ਕਲੂ ਕਾਲ ਦੇ ਇਸ ਭਿਆਨਕ ਸਮੇਂ ਦੇ ਵਿੱਚ, ਜਿਹੜਾ ਸਮਾਂ ਭਿਆਨਕ ਵੀ ਬਹੁਤ ਹੈ ਪਰ ਬੰਦਗੀ ਕਰਨ ਵਾਲਿਆਂ ਨੂੰ ਫਲ ਵੀ ਬਹੁਤ ਜਲਦੀ ਦਿੰਦਾ ਹੈ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਜਿੱਥੇ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਆ ਕਿ ਇਸ ਕਲਯੁਗ ਦੇ ਸਮੇਂ ਵਿੱਚ ਤਾਂ ਸਾਰੇ ਜਿੰਨ ਹੀ ਜੰਮਦੇ ਆ, ਪੁੱਤ ਧੀਆਂ ਸਾਰੇ, ਭਗਤੀ ਕਰਨ ਵਾਲਾ ਕੋਈ ਕੋਈ ਹੁੰਦਾ ਹੈ। ਪਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਭਗਤੀ ਵਾਲੇ ਪਾਸੇ ਲੱਗ ਜਾਵੇ, ਧਰਮ ਵਾਲੇ ਪਾਸੇ ਲੱਗ ਜਾਵੇ, ਜਿਹਦੇ ਮਨ ਵਿੱਚ ਦਇਆ ਵਸ ਗਈ, ਦਇਆ ਆ ਗਈ ਤਾਂ ਧਰਮ ਆਵੇਗਾ। ਦਇਆ ਧਰਮ ਕਾ ਮੂਲ ਹੈ, ਪਾਪ ਮੂਲ ਅਭਿਮਾਨ। ਕਹਿੰਦੇ ਦਇਆ ਧਰਮ ਦਾ ਮੂਲ ਹੈ। ਦਇਆ ਆ ਗਈ ਤਾਂ ਹਿਰਦੇ ਵਿੱਚ ਧਰਮ ਵਸੇਗਾ, ਧਰਮ ਵਸੇਗਾ ਤੇ ਗੁਰਮੁਖ ਪਿਆਰਿਓ ਮਨੁੱਖ ਚੰਗੇ ਕਰਮ, ਸ਼ੁਭ ਕਰਮ ਕਰੇਗਾ, ਆਪ ਵੀ ਸੁਖੀ ਹੋਵੇਗਾ, ਦੁਨੀਆ ਨੂੰ ਵੀ ਸੁਖੀ ਕਰੇਗਾ। ਇਸ ਕਰਕੇ ਆਓ ਆਪਾਂ ਸਾਰੇ ਧਰਮ ਦੇ ਧਾਰਨੀ ਬਣੀਏ। ਅੱਜ ਬਹੁਤ ਸਾਰੇ ਲੋਕ ਐਸੀਆਂ ਵੀ ਵਿਚਾਰਾਂ ਕਰਦੇ ਹੈ ਜੀ ਧਰਮ ਦੀ ਕੀ ਲੋੜ ਹੈ। ਇਹ ਧਰਮ ਤਾਂ ਇੱਥੋਂ ਤੱਕ ਜਿਹੜੇ ਕਈ ਇਸ ਤਰ੍ਹਾਂ ਦੇ ਵਿਦਵਾਨ ਵੀ ਆਪਣੇ ਆਪ ਨੂੰ ਕਹਾਉਣ ਵਾਲੇ ਕਾਮਰੇਡ ਬਿਰਤੀ ਦੇ ਹੋਏ, ਜਿਨ੍ਹਾਂ ਨੇ ਧਰਮ ਨੂੰ ਅਫੀਮ ਤੱਕ ਲਿਖ ਦਿੱਤਾ ਕਿ ਧਰਮ ਤਾਂ ਇੱਕ ਨਸ਼ੇ ਦੀ ਤਰ੍ਹਾਂ, ਅਫੀਮ ਦੀ ਤਰ੍ਹਾਂ। ਕਾਰਲ ਮਾਰਕਸ ਵਰਗਿਆਂ ਨੇ ਲਿਖਿਆ, ਉਹ ਕਹਿੰਦੇ ਧਰਮ ਹੈ ਜਿਹੜਾ ਇਹ ਤਾਂ ਅਫੀਮ ਦੀ ਤਰ੍ਹਾਂ, ਬਸ ਲੋਕ ਐਵੇਂ ਨਸ਼ੇ ਜਿਹੇ ਦੇ ਵਿੱਚ ਹੀ ਤੁਰੇ ਫਿਰਦੇ ਆ ਵੀ ਅਸੀਂ ਧਰਮ ਕਮਾਉਂਦੇ ਆ। ਪਰ ਨਹੀਂ ਗੁਰਮੁਖ ਪਿਆਰਿਓ, ਧਰਮ ਦਾ ਬਹੁਤ ਵੱਡਾ ਮਹਾਤਮ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਆਖਿਆ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸਾਰਿਆਂ ਤੋਂ ਉੱਤਮ ਧਰਮ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਇਹੀ ਹੈ ਕਿ ਮਨੁੱਖ ਰੱਬ ਦਾ ਨਾਮ ਜਪੇ ਤੇ ਚੰਗੇ ਕਰਮ ਕਰੇ, ਸ਼ੁਭ ਕਰਮਨ ਤੇ ਕਬਹੂ ਨਾ ਟਰੋ। ਧਰਮ ਦਾ ਕਾਰਜ ਕਰਦਿਆਂ ਕਦੇ ਦੇਰੀ ਨਹੀਂ ਕਰਨੀ ਚਾਹੀਦੀ, ਕਦੇ ਟਾਲਾ ਨਹੀਂ ਵੱਟਣਾ ਚਾਹੀਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਸੰਸਕ੍ਰਿਤੀ ਵਿੱਚ ਵੀ ਕਹਿੰਦੇ ਆ, ਨਹਿ ਬਿਲੰਬ ਧਰਮੰ ਬਿਲੰਬ ਪਾਪੰ। ਕਹਿੰਦੇ ਧਰਮ ਦਾ ਕਾਰਜ ਕਰਦਿਆਂ, ਧਰਮ ਨੂੰ ਧਾਰਨ ਕਰਦਿਆਂ ਕਦੇ ਦੇਰੀ ਨਾ ਕਰ। ਬਿਲੰਬ ਨਾਮ ਹੈ ਦੇਰੀ ਦਾ। ਕਹਿੰਦੇ ਦੇਰ ਨਾ ਕਰ, ਸਮਾਂ ਨਾ ਲਾ, ਕਿਉਂਕਿ ਜਿਹੜੇ
ਕੰਮ ਦੇ ਵਾਸਤੇ ਆਪਾਂ ਸਮਾਂ ਲਾ ਦਈਏ ਤੇ ਗੁਰਮੁਖ ਪਿਆਰਿਓ ਸਮਾਂ ਲੰਘ ਜਾਂਦਾ, ਮੁੜ ਕੇ ਉਹ ਕੰਮ ਹੋ ਹੀ ਨਹੀਂ ਪਾਉਂਦਾ। ਕਹਿੰਦੇ ਜਦੋਂ ਸ਼ੁਭ ਕਰਮ ਕਰਨਾ ਹੋਵੇ ਨਾ ਕੋਈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਵੀ ਆਖਿਆ ਸ਼ੁਭ ਕਰਮਨ ਤੇ ਕਬਹੂ ਨਾ ਟਰੋਂ। ਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਹਿੰਦੀ ਹੈ ਨਹਿ ਬਿਲੰਬ ਧਰਮੰ ਬਿਲੰਬ ਪਾਪੰ, ਪਾਪ ਕਰਮ ਕਰਦਿਆਂ ਦੇਰੀ ਲਾ। ਹੁਣ ਸਤਿਗੁਰ ਨੇ ਆਗਿਆ ਨਹੀਂ ਦਿੱਤੀ ਕਿ ਦੇਰ ਨਾਲ ਪਾਪ ਕਰ ਲਈ, ਇਹ ਸਤਿਗੁਰ ਨੇ ਇੱਕ ਤਕਨੀਕ ਵਰਤੀ ਹੈ। ਕਿਉਂਕਿ ਜਿਹੜਾ ਕੰਮ ਕਰਦਿਆਂ ਅਸੀਂ ਆਲਸ ਕਰ ਗਏ, ਢਿੱਲ ਕਰ ਗਏ, ਦੇਰੀ ਕਰ ਦਿੱਤੀ, ਉਹ ਕੰਮ ਮੁੜ ਕੇ ਹੋ ਹੀ ਨਹੀਂ ਪਾਉਂਦਾ ਹੁੰਦਾ, ਚਾਹੇ ਉਹ ਮਾੜਾ ਕਰਮ ਹੈ ਚਾਹੇ ਚੰਗਾ ਕਰਮ ਹੈ। ਪਰ ਸਤਿਗੁਰੂ ਕਹਿੰਦੇ ਜੇ ਚੰਗਾ ਵਿਚਾਰ ਚੰਗਾ ਕਰਮ ਤੇ ਤੋਂ ਹੋ ਆਵੇ, ਤੇਰੇ ਮਨ ਵਿੱਚ ਵਿਚਾਰ ਆਵੇ, ਫੁਰਨਾ ਬਣੇ। ਗੁਰੂ ਕੇ ਸਿੱਖਾ ਜੇ ਬਾਣੀ ਪੜ੍ਹਨ ਦਾ ਵਿਚਾਰ ਬਣੇ ਨਾ ਵੀ ਮੈਂ ਬਾਣੀ ਪੜ੍ਹਨੀ ਸ਼ੁਰੂ ਕਰਾਂਗਾ, ਤੇ ਕਰਾਂਗਾ ਵਾਲਾ ਜਿਹੜਾ ਉਹ ਭਵਿੱਖਤ ਦੇ ਵਿੱਚ ਨਾ ਰੱਖੀ, ਨਾਲ ਦੀ ਨਾਲ ਸ਼ੁਰੂ ਕਰ ਲੈ। ਜੇ ਪਾਠ ਸਿੱਖਣ ਦਾ ਮਨ ਬਣੇ ਨਾ ਮੈਂ ਸੰਥਿਆ ਕਰਨੀ ਹੈ, ਮੈਂ ਸ਼ੁੱਧ ਪਾਠ ਸਿੱਖਣਾ ਹੈ, ਤੇ ਇਹ ਨਾ ਸੋਚ ਕੇ ਸਿੱਖ ਲਵਾਂਗੇ ਲੱਭਾਂਗੇ ਕਿਸੇ ਨੂੰ, ਨਹੀਂ ਜਲਦੀ ਕਰ, ਉਤਾਵਲਾ ਹੋ ਇਹ ਧਰਮ ਦੇ ਕਾਰਜ ਦੇ ਵਾਸਤੇ, ਦੇਰੀ ਨਾ ਕਰ। ਜੇ ਤੇਰਾ ਅੰਮ੍ਰਿਤ ਛਕਣ ਨੂੰ ਮਨ ਕਰ ਰਿਹਾ ਆ, ਗੁਰੂ ਨੇ ਕਿਰਪਾ ਕਰ ਦਿੱਤੀ, ਤੇਰਾ ਮਨ ਬਣੇ ਕਿ ਮੈਂ ਧਰਮ ਨੂੰ ਧਾਰਨ ਕਰ ਲਾਂ, ਸਿੱਖ ਬਣ ਜਾਵਾਂ, ਕਲਗੀਆਂ ਵਾਲੇ ਦਾ ਸਿੰਘ ਸਗ ਜਾਵਾਂ, ਖੰਡੇ ਕੀ ਪਾਹੁਲ ਲੈ ਕੇ ਅੰਮ੍ਰਿਤ ਛਕ ਕੇ, ਤੇ ਦੇਰੀ ਨਾ ਕਰ। ਕਿਉਂਕਿ ਜਦੋਂ ਦੇਰੀ ਕਰ ਦਿੱਤੀ ਤੇ ਬਹੁਤ ਸਾਰੇ ਕੁਸੰਗਤੀ ਤੈਨੂੰ ਆ ਮਿਲਨੇ ਆ, ਉਹਨਾਂ ਨੇ ਕਹਿਣਾ ਲੈ ਐਵੇਂ ਤੂੰ ਆ ਕਿਹੜੇ ਪੰਗੇ 'ਚ ਪੈਣ ਲੱਗਿਆ, ਅੰਮ੍ਰਿਤ ਛਕਣ ਨਾਲ ਦੱਸ ਕੀ ਕੋਈ ਬਹੁਤੀ ਸਿੱਖੀ ਹੈ, ਮਨ ਸਾਫ਼ ਹੋਣਾ ਚਾਹੀਦਾ, ਐਵੇਂ ਭਰਮਾਉਣ ਵਾਲੇ ਬਹੁਤ ਆ ਜਾਂਦੇ ਹੈ। ਗੁਰਮੁਖ ਪਿਆਰਿਓ ਸਿੱਖੀ ਮਨ ਦੀ ਨਹੀਂ, ਸਿੱਖੀ ਤਾਂ ਗੁਰੂ ਦੀ ਹੈ। ਜੇ ਗੁਰੂ ਬਖਸ਼ਿਸ਼ ਕਰੇ ਤਾਂ ਹੀ ਸਿੱਖੀ ਮਿਲਣੀ ਹੈ। ਮਨ ਨੇ ਸਾਨੂੰ ਕਦੋਂ ਸਿੱਖੀ ਦਿੱਤੀ ਹੈ? ਮਨ ਤਾਂ ਗੁਰਮੁਖ ਪਿਆਰਿਓ ਸਾਨੂੰ ਪੁੱਠੇ ਪਾਸੇ ਹੀ ਲਾਉਂਦਾ ਹੈ। ਗੁਰਦੁਆਰੇ ਜਾਣ ਦੀ ਗੱਲ ਕਰੀਏ ਤੇ ਮਨ ਕਈ ਵਾਰ ਰਾਹ 'ਚ ਹੀ ਬੇਈਮਾਨ ਹੋ ਜਾਂਦਾ ਵੀ ਚੱਲ ਕੋਈ ਨਹੀਂ, ਗੁਰਦੁਆਰਾ ਆਪਣੇ ਪਿੰਡ ਵਿੱਚ ਹੀ ਹੈ, ਕਥਾ ਪਿੰਡ ਵਿੱਚ ਹੀ ਹੋ ਰਹੀ ਆ, ਅੱਜ ਨਹੀਂ ਚੱਲ ਕੱਲ੍ਹ ਚਲੇ ਜਾਵਾਂਗੇ, ਕੱਲ੍ਹ ਨਹੀਂ ਪਰਸੋਂ। ਫਿਰ ਸੋਚਦਿਆਂ ਸੋਚਦਿਆਂ ਇੱਦਾਂ ਹਫ਼ਤਾ ਲੰਘ ਜਾਂਦਾ ਹੈ, ਕਹਿੰਦੇ ਚਲੋ ਐਤਵਾਰ ਵਾਲੇ ਦਿਨ ਸ਼ਾਮ ਦੇ ਦੀਵਾਨ ਦੀ ਹਾਜ਼ਰੀ ਭਰ ਲਾਂਗੀ। ਪਰ ਗੁਰਮੁਖ ਪਿਆਰਿਓ ਫਿਰ ਜਿਹੜੀ ਦੇਰੀ ਹੋ ਗਈ, ਤਾਂ ਜਦੋਂ ਦੇਰ ਹੋ ਗਈ ਤਾਂ ਮੁੜ ਕੇ ਫਿਰ ਉਹ ਕੰਮ ਹੁੰਦਾ ਹੀ ਨਹੀਂ। ਇਹ ਦੇਰੀ ਕੀਤੀ ਸੀ ਨਾ ਰਾਵਣ ਨੇ, ਕਹਿੰਦਾ ਕਾਲ ਨੂੰ ਪਾਵੇ ਨਾਲ ਬੰਨ੍ਹ ਲੈਣਾ ਤੇ ਅਮਰ ਹੋ ਜਾਣਾ, ਤੇ ਉਹ ਥੋੜ੍ਹਾ ਜਿਹਾ ਆਲਸ ਕਰ ਗਿਆ। ਤੇ ਗੁਰਮੁਖ ਪਿਆਰਿਓ ਉਹ 4 ਵੇਦਾਂ ਦਾ ਗਿਆਤਾ ਕਹਾਉਣ ਵਾਲਾ ਬੜਾ ਚਤੁਰ ਜਿਹੜਾ ਵਿਦਵਾਨ ਸੀ, ਤੇ ਉਹਦਾ ਹਾਲ ਕੀ ਹੋਇਆ? ਖਤਮ ਹੋ ਗਿਆ। ਕਾਲ ਨੂੰ ਪਾਵੇ ਨਾਲ ਬੰਨ੍ਹਣ ਵਾਲਾ ਗੁਰਮੁਖ ਪਿਆਰਿਓ ਜਿਹੜਾ ਉਹ ਇਹ ਦੁਨੀਆ ਦੇ ਉੱਤੋਂ ਚਲਿਆ ਗਿਆ ਇਹ ਆਲਸ ਕਰਕੇ। ਤੇ ਆਪਾਂ ਫਿਰ ਆਲਸ ਕਿਉਂ ਕਰੀਏ? ਆਪਾਂ ਨੂੰ ਇਸ ਤਰ੍ਹਾਂ ਦਾ ਕੋਈ ਆਲਸ, ਕੋਈ ਢਿੱਲ, ਕੋਈ ਦੇਰੀ ਧਰਮ ਦਾ ਕਾਰਜ ਕਰਦਿਆਂ ਨਹੀਂ ਕਰਨੀ ਚਾਹੀਦੀ। ਕਿਉਂਕਿ ਧਰਮ ਗ੍ਰੰਥ ਕਹਿੰਦੇ ਹੈ, ਕਹਿੰਦੇ ਇੰਦ ਬਿਨਾ ਜੋ ਮੰਦ ਨਿਸ, ਮੰਦ ਕੰਜ ਬਿਨ ਤਾਲ, ਜੀਵ ਬੰਦ ਤੇ ਉਹ ਧਰਮ ਬਿਨ, ਤਾਂ ਤੇ ਧਰਮ ਨਾ ਟਾਲ। ਸਾਰ ਕੁਤਾਵਲੀ ਦੇ ਕਰਤਾ ਮਹਾਂਪੁਰਖ ਨੇ ਲਿਖਿਆ, ਕਹਿੰਦੇ ਜਿਵੇਂ ਚੰਦਰਮਾ ਤੋਂ ਬਿਨਾਂ, ਤਾਰਿਆਂ ਤੋਂ ਬਿਨਾਂ ਰਾਤਰੀ ਮੰਦੀ ਲੱਗਦੀ ਹੈ, ਚੰਗੀ ਨਹੀਂ ਲੱਗਦੀ, ਸੁੰਨਸਾਨ ਹਨੇਰਾ ਪਸਰਿਆ ਹੁੰਦਾ। ਇੰਦ ਬਿਨਾ ਜੋ ਮੰਦ ਨਿਸ, ਔਰ ਮੰਦ ਕੰਜ ਬਿਨ ਤਾਲ, ਤੇ ਜਿਹੜਾ ਮੰਦਾ ਲੱਗਦਾ, ਭੈੜਾ ਲੱਗਦਾ ਸਰੋਵਰ ਤਾਲ, ਜੇਕਰ ਉਹਦੇ ਵਿੱਚ ਕਮਲ ਦੇ ਫੁੱਲ ਨਹੀਂ ਖਿੜੇ ਹੋਏ। ਤਲਾਬ ਜਿਹੜਾ ਉਹਦੀ ਸ਼ੋਭਾ ਕਮਲ ਦੇ ਫੁੱਲਾਂ ਨਾਲ ਹੈ, ਰਾਤਰੀ ਦੀ ਸ਼ੋਭਾ ਚੰਦਰਮਾ ਨਾਲ ਹੈ, ਤਾਰਿਆਂ ਨਾਲ ਹੈ, ਰੌਸ਼ਨੀ ਨਾਲ ਹੈ। ਤੇ ਕਹਿੰਦੇ ਜੇ ਇਹ ਦੋਵੇਂ ਚੀਜ਼ਾਂ ਨਹੀਂ ਤੇ ਮੰਦੇ ਲੱਗਦੇ ਆ, ਭੈੜੇ ਲੱਗਦੇ ਆ। ਇਸੇ ਤਰ੍ਹਾਂ ਕਹਿੰਦੇ ਜੀਵ ਮੰਦ ਤੇ ਉਹ ਧਰਮ ਬਿਨ, ਤਾਂ ਤੇ ਧਰਮ ਨਾ ਟਾਲ। ਕਹਿੰਦੇ ਜੀਵ ਵੀ ਮੰਦਾ ਲੱਗਦਾ, ਮਾੜਾ ਲੱਗਦਾ ਧਰਮ ਤੋਂ ਬਿਨਾਂ। ਜਿਹਦਾ ਕੋਈ ਦੀਨ ਧਰਮ ਨਹੀਂ ਹੈਗਾ, ਆਪਾਂ ਉਹਨੂੰ ਚੰਗਾ ਥੋੜ੍ਹੀ ਸਮਝਦੇ ਹਾਂ। ਆਪਾਂ ਕਹਿੰਦੇ ਛੱਡੋ ਯਾਰ, ਇਹ ਬੰਦੇ ਨਾਲ ਕੀ ਗੱਲ ਕਰਨੀ ਹੈ, ਇਹਦਾ ਤਾਂ ਕੋਈ ਦੀਨ ਧਰਮ ਹੀ ਨਹੀਂ ਹੈਗਾ। ਸੋ ਦੀਨ ਦੇ ਵਿੱਚ ਆਈਏ, ਆਪੋ ਆਪਣੇ ਧਰਮ ਦੇ ਵਿੱਚ। ਜੇ ਕੋਈ ਹਿੰਦੂ ਆ ਉਹ ਪੱਕਾ ਹਿੰਦੂ ਬਣੇ, ਆਪਣੇ ਧਰਮ ਦੇ ਮੁਤਾਬਕ ਆਪਣੀ ਬੰਦਗੀ ਰਾਮ ਨਾਮ ਜਪੇ। ਤੇ ਜੇਕਰ ਕੋਈ ਮੁਸਲਮਾਨ ਆ ਉਹ ਖੁਦਾ ਅੱਲਾਹ ਤਾਲਾ ਦੀ ਇਬਾਦਤ ਕਰੇ, 5 ਨਮਾਜ਼ਾਂ ਦਾ ਨਮਾਜ਼ੀ ਬਣੇ, ਪੱਕਾ ਹੱਜ ਕਰੇ। ਤੇ ਜੇਕਰ ਕੋਈ ਈਸਾਈ ਹੈ ਤਾਂ ਉਹ ਈਸਾ ਜੀ ਦੇ ਉੱਤੇ ਆਪਣਾ ਵਿਸ਼ਵਾਸ ਲਿਆਵੇ, ਜੀਸਸ ਕ੍ਰਾਈਸਟ ਦੇ ਉੱਤੇ। ਤੇ ਜੇ ਸਿੱਖਾਂ ਘਰ ਜੰਮੇ ਆ, ਸਾਡੇ ਨਾਂ ਨਾਲ ਸਿੰਘ ਕੌਰ ਲੱਗਦਾ ਹੈ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਦਰ ਘਰ ਦੇ ਉੱਤੇ ਸ਼ਰਧਾ ਕਰੀਏ, ਭਾਵਨਾ ਬਣਾਈਏ, ਗੁਰੂ ਕੇ ਸਿੱਖ ਬਣੀਏ, ਅੰਮ੍ਰਿਤ ਛਕੀਏ, ਸਿੰਘ ਸਜੀਏ, ਨਸ਼ਿਆਂ ਵਿਸ਼ਿਆਂ ਦਾ ਤਿਆਗ ਕਰਕੇ ਗੁਰੂ ਦੀਆਂ ਖੁਸ਼ੀਆਂ ਦੇ ਪ੍ਰਾਪਤ ਬਣੀਏ, ਧਰਮ ਨੂੰ ਧਾਰਨ ਕਰੀਏ। ਧਰਮ ਦਾ ਝੰਡਾ ਹਮੇਸ਼ਾ ਹੀ ਬੁਲੰਦ ਹੈ। ਤੇ ਗੁਰਮੁਖ ਪਿਆਰਿਓ ਧਰਮ ਵਾਲਿਆਂ ਦਾ
ਇਹ ਕਲਯੁਗ ਦੇ ਸਮੇਂ ਵਿੱਚ ਬਹੁਤ ਜਲਦੀ ਪਾਰ ਉਤਾਰਾ ਹੋ ਜਾਂਦਾ। ਇਹ ਸਾਖੀ ਦੁਆਰਾ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਸਮਝਾਇਆ ਹੈ। ਆਓ ਕਥਾ ਵਿਚਾਰ ਦੌਰਾਨ ਅਰਥ ਕਰਦਿਆਂ ਬੇਅੰਤ ਭੁੱਲਾਂ ਰਹਿ ਗਈਆਂ ਹੋਣਗੀਆਂ ਵਿਚਾਰਾਂ ਕਰਦਿਆਂ। ਸੋ ਆਪ ਜੀ ਨੇ ਕਿਰਪਾ ਕਰਨੀ, ਸ਼ੁੱਧਤਾ ਵਾਸਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਿਓ। ਆਉਣ ਵਾਲਾ ਪ੍ਰਸੰਗ ਅੱਗੇ ਜਿਵੇਂ ਆਵੇਗਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੀਆਂ ਸੰਗਤਾਂ ਤੋਂ ਸੋਨਾ ਇਕੱਤਰ ਕਰਵਾਉਣਾ, ਬਹੁਤ ਸਾਰਾ ਧਨ ਪਦਾਰਥ ਜਿਹੜਾ ਉਹ ਨਦੀ ਦੇ ਵਿੱਚ ਵਹਾ ਦੇਣਾ, ਇਹ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਆਓ ਅੱਜ ਆਪਾਂ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਹੁਣ ਇੱਥੇ ਹੀ ਵਿਚਾਰ ਨੂੰ ਵਿਸ਼ਰਾਮ ਦਈਏ ਜੀ। ਸਾਨੇ ਕਲਯੁਗ ਜੁਗ ਖਰਾ ਕਰਨੀ ਥੋੜੀ ਹੋਏ, ਔਰ ਜੁਗਲ ਤੇ ਹੱਥ ਪਰੋ ਪਾਰ ਤਾਰੇ ਸੋਏ। हे गोविंद हे गोपाल हे दयाल लाल, प्राणनाथ नाथ सके दीन दर्द निवार। हे समर्थ अगम पूरन मोहे मया तार, अंधकूप महाभयान नानक पार उतार। वाहिगुरु जी का खालसा, वाहिगुरु जी की फतेह।